ਗਿਆਨੀ ਠਾਕੁਰ ਸਿੰਘ ਜੀ ਆਪ ਜੀ ਦਾ ਜੀਵਨ ਕਾਲ 1838 ਈਸਵੀ ਤੋਂ ਲੈ ਕਰਕੇ 1943 ਈਸਵੀ ਤੱਕ ਦਾ ਹੈ। ਆਪ ਜੀ ਗੁਰਮਤਿ ਦੇ ਚੰਗੇ ਸਾਹਿਤਕਾਰ ਔਰ ਸਿੱਖ ਜਗਤ ਦੇ ਪ੍ਰਸਿੱਧ ਵਿਦਵਾਨ ਮਹਾਂਪੁਰਸ਼ ਸਨ। ਆਪ ਜੀ ਦਾ ਜਨਮ 10 ਨਵੰਬਰ 1838 ਈਸਵੀ ਦੇ ਵਿੱਚ ਭਾਈ ਮਾਨ ਸਿੰਘ ਦੇ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੰਡਿਆਲਾ ਪਿੰਡ ਵਿੱਚ ਹੋਇਆ। ਭਾਈ ਮਾਨ ਸਿੰਘ ਲਾਹੌਰ ਦਰਬਾਰ ਦੀ ਫੌਜ ਵਿੱਚ ਸਿਪਾਹੀ ਸਨ ਅਤੇ ਨੌਰੰਗਾਬਾਦ ਦੇ ਭਾਈ ਮਹਾਰਾਜ ਸਿੰਘ ਦੇ ਸੰਪਰਕ ਵਿੱਚ ਰਹਿਣ ਵਾਲੇ ਸਨ। ਗਿਆਨੀ ਠਾਕੁਰ ਸਿੰਘ ਜੀ ਨੇ ਸਿੱਖ ਧਰਮ ਦੇ ਗ੍ਰੰਥਾਂ ਦੇ ਮੁੱਢਲੀ ਵਿਦਿਆ ਭਾਈ ਮਹਾਰਾਜ ਸਿੰਘ ਜੀ ਤੋਂ ਪ੍ਰਾਪਤ ਕੀਤੀ ਅਤੇ ਉਹਨਾਂ ਤੋਂ ਹੀ ਆਪ ਜੀ ਨੇ ਅੰਮ੍ਰਿਤ ਪਾਨ ਕੀਤਾ ਸੀ। ਦਸੰਬਰ 1849 ਈਸਵੀ ਦੇ ਵਿੱਚ ਭਾਈ ਮਹਾਰਾਜ ਸਿੰਘ ਦੇ ਅੰਗਰੇਜ਼ਾਂ ਦੁਆਰਾ ਪਕੜੇ ਜਾਣ ਤੇ ਦੋਵੇਂ ਪਿਓ ਪੁੱਤਰ ਭਾਈ ਮਾਨ ਸਿੰਘ ਤੇ ਗਿਆਨੀ ਠਾਕੁਰ ਸਿੰਘ ਜੀ ਗ੍ਰਿਫਤਾਰੀ ਤੋਂ ਬਚਣ ਲਈ ਗੁਰਧਾਮਾਂ ਦੀ ਯਾਤਰਾ ਉੱਤੇ ਨਿਕਲ ਗਏ। ਅਮਨ ਚੈਨ ਹੋਣ ਤੇ ਦੋਵੇਂ ਪੰਜਾਬ ਪਰਤ ਆਏ। ਗਿਆਨੀ ਠਾਕੁਰ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਰਹੇ ਅਤੇ ਬ੍ਰਜ ਭਾਸ਼ਾ ਉਰਦੂ ਅਤੇ ਫਾਰਸੀ ਦਾ ਗਿਆਨ ਆਪ ਜੀ ਨੇ ਸੰਪਰਦਾਇ ਮਹਾਂਪੁਰਖਾਂ ਦੇ ਕੋਲੋਂ ਪ੍ਰਾਪਤ ਕੀਤਾ। ਇੱਥੇ ਆਪ ਜੀ ਨੇ ਧਰਮ ਪ੍ਰਚਾਰ ਸੰਬੰਧੀ ਲੈਕਚਰ ਅਤੇ ਕਥਾ ਕਰਕੇ ਗੁਰਾਂ ਦੀ ਗੁਰਬਾਣੀ ਦੀ ਮਾਲਵੇ ਦੇ ਲੋਕਾਂ ਨੂੰ ਗੁਰਮਤ ਵੱਲ ਮੋੜਿਆ ਅਤੇ ਅੰਮ੍ਰਿਤ ਛਕਾ ਕਰਕੇ ਗੁਰੂ ਦੇ ਸਿੰਘ ਬਣਾਇਆ। ਇਸ ਨੇ ਖਾਲਸਾ ਦੀਵਾਨ ਲਾਹੌਰ ਦੀਆਂ ਗਤੀਵਿਧੀਆਂ ਵਿੱਚ ਬਹੁਤ ਵੱਡਾ ਹਿੱਸਾ ਲਿਆ। ਇੱਥੇ ਹੀ ਆਪ ਜੀ ਨੂੰ ਗਿਆਨੀ ਸ਼ਬਦ ਦੇ ਨਾਲ ਖਿਤਾਬ ਦੇ ਕਰਕੇ ਨਿਹਾਲ ਕਰਤਾਰਥ ਕੀਤਾ ਗਿਆ। ਸਨ 1888 ਈਸਵੀ ਦੇ ਵਿੱਚ ਆਪ ਜੀ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਵਸਰ ਉੱਤੇ ਸਾਲਾਨਾ ਜੋੜ ਮੇਲਾ ਸਭਾ ਦਾ ਮੇਲਾ ਲਗਾਉਣ ਦੀ ਪਿਰਤ ਪਾਈ। 1888 ਤੋਂ ਪਹਿਲਾਂ ਗੁਰੂ ਖਾਲਸਾ ਜੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਨਹੀਂ ਸੀ ਮਨਾਇਆ ਜਾਂਦਾ। ਇਹ ਆਪ ਜੀ ਨੇ ਪਿਰਤ ਪਾਈ। ਚੀਫ ਖਾਲਸਾ ਦੀਵਾਨ ਦਾ ਆਪ ਜੀ ਮੋਢੀ ਮੈਂਬਰ ਸਨ। ਸਿੱਖ ਰਿਆਸਤਾਂ ਵਿੱਚ ਆਪ ਜੀ ਦਾ ਬਹੁਤ ਵੱਡਾ ਆਦਰ ਮਾਣ ਸੀ। ਆਪ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਗ੍ਰੰਥੀ ਅਤੇ ਸ਼ਹੀਦ ਆਸ਼ਰਮ ਨਾਂ ਦੀ ਸੰਸਥਾ ਕਾਇਮ ਕਰਕੇ ਗ੍ਰੰਥੀ ਅਤੇ ਪ੍ਰਚਾਰਕ ਤਿਆਰ ਕਰਨੇ ਸ਼ੁਰੂ ਕੀਤੇ। ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਆਪ ਜੀ ਨੇ ਵੱਡਾ ਹਿੱਸਾ ਪਾਇਆ। ਗਿਆਨੀ ਠਾਕੁਰ ਸਿੰਘ ਜੀ ਨੇ ਧਰਮ ਪ੍ਰਚਾਰ ਲਈ ਕਵਿਤਾ ਰਚਨ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ। ਆਪ ਜੀ ਦੀਆਂ ਨਿੱਕੀਆਂ ਨਿੱਕੀਆਂ ਕਾਵਿ ਰਚਨਾਵਾਂ ਜਿਵੇਂ ਸਿਦਕ ਸਿੱਖੀ, ਪ੍ਰਸੰਗ ਭਾਈ ਜੋਧਾ ਢੇਸੀ, ਸ਼ਹੀਦ ਬਿਲਾਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਤੇ 4 ਸਾਹਿਬਜ਼ਾਦੇ, 12 ਮਾਹ ਜਿਸ ਵਿੱਚ ਉਸਤਤ ਗੁਰੂ ਕਲਗੀਧਰ ਜੀ ਦੀ ਕੀਤੀ ਹੈ। ਪੋਥੀ ਗੁਰਮਤਿ ਇਤਿਹਾਸ ਆਪ ਜੀ ਦੀ ਚੌਥੀ ਰਚਨਾ ਹੈ। ਸ਼ਹੀਦ ਬਿਲਾਸ ਬਾਬਾ ਦੀਪ ਸਿੰਘ ਜੀ ਆਪ ਜੀ ਦੀ 5ਵੀਂ ਰਚਨਾ। ਸਿੱਦਕੀ ਜੀਵਨ ਭਾਈ ਮਨੀ ਸਿੰਘ ਜੀ ਦਾ ਔਰ ਵੱਡਾ ਸ਼ਹੀਦੀ ਬਿਲਾਸ ਕੁੰਜੀਆਂ ਦੀ ਦਰਦ ਭਰੀ ਗਾਥਾ। ਇਹ ਆਪ ਜੀ ਨੇ 8 ਪੁਸਤਕਾਂ ਕਾਵਿ ਸ਼ੈਲੀ ਵਿੱਚ ਲਿਖੀਆਂ ਨੇ। ਗੁਰਦੁਆਰੇ ਦਰਸ਼ਨ ਨਾਮ ਦੀ ਪੁਸਤਕ ਆਪ ਜੀ ਨੇ 1923 ਈਸਵੀ ਦੇ ਵਿੱਚ ਵਾਰਤਕ ਲਿਖੀ ਹੈ ਔਰ 5 ਜਨਵਰੀ ਤੇ 1943 ਨੂੰ ਆਪ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਲੀਨ ਹੋਏ ਸਨ। ਇਹ ਆਪ ਜੀ ਦਾ ਜੀਵਨ ਹੈ ਜਿਨ੍ਹਾਂ ਨੇ ਗੁਰੂ ਖਾਲਸਾ ਜੀ ਇਹ ਮਹਾਨ ਗ੍ਰੰਥ ਲਿਖਿਆ ਹੈ। ਸੋ ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਸੰਪਰਦਾ ਦੇ ਵਿੱਚੋਂ ਵਿਹਾਨ ਵਿਦਿਆ ਪ੍ਰਾਪਤ ਕੀਤੀ,
ਔਰ ਗੁਰੂ ਖਾਲਸਾ ਜੀ ਜੀਵਨ ਭਰ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਭਾਈ ਮਹਾਰਾਜ ਸਿੰਘ ਜੀ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਆਪ ਜੀ ਦਾ ਸੰਬੰਧ ਰਿਹਾ ਹੈ। ਐਸੇ ਮਹਾਨ ਗੁਰੂ ਕੇ ਪਿਆਰੇ, ਸਿੱਖੀ ਸਿਦਕ ਨੂੰ ਨਿਭਾਉਣ ਵਾਲੇ, ਉਹਨਾਂ ਨੇ ਬਾਬਾ ਜੀ ਦਾ ਇਹ ਪਾਵਨ ਇਤਿਹਾਸ ਲਿਖਿਆ ਹੈ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਜੀ ਚੌਪਈ। ਕੁਝ ਦਿਨ ਦਲ ਵਿੱਚ ਇਨਾਂ ਬਿਤਾਏ। ਗੁਰੂ ਖਾਲਸਾ ਜੀ ਜਦੋਂ ਆਪ ਜੀ ਨੰਦਾਂ ਦੀ ਪੁਰੀ ਵਿੱਚ ਗਏ, ਉੱਥੇ ਆਪ ਜੀ ਨੂੰ ਸ਼ਹੀਦਾਂ ਦਾ ਖਿਤਾਬ ਪ੍ਰਾਪਤ ਹੋਇਆ। ਸਾਰੇ ਪੰਥ ਨੇ ਇਕੱਠਿਆਂ ਹੋ ਕਰਕੇ ਆਪ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਕੁਝ ਦਿਨ ਗੁਰੂ ਖਾਲਸਾ ਜੀ ਨੰਦਾਂ ਦੀ ਪੁਰੀ ਦੇ ਵਿੱਚ ਆਪ ਜੀ ਨੇ ਫਰਲਾ ਮਿਲਣ ਤੋਂ ਬਾਅਦ ਦਲ ਪੰਥ ਵਿੱਚ ਬਤੀਤ ਕੀਤੇ। ਰੁਖਸ਼ਤ ਹੋਣ ਲੱਗੇ ਸਮੁਦਾਏ। ਗੁਰੂ ਖਾਲਸਾ ਜੀ ਵਿਦਾ ਹੋਣ ਲੱਗੇ ਜਦੋਂ ਸਾਰੇ ਹੀ ਆਪਣੀ ਆਪਣੀ ਜਗ੍ਹਾ ਜਾਣ ਨੂੰ, ਆਪੋ ਆਪਣੀ ਜਗ੍ਹਾ ਨੂੰ ਜਾਣ ਲਈ ਜਦੋਂ ਤਿਆਰੀਆਂ ਕੀਤੀਆਂ, ਤਾਂ ਬਾਬਾ ਦੀਪ ਸਿੰਘ ਜੀ ਵੀ ਉਥੋਂ ਪੰਥ ਤੋਂ ਵਿਦਾਇਗੀ ਲੈ ਕਰਕੇ ਜਾਣ ਨੂੰ ਤਿਆਰ ਹੋ ਗਏ। ਹੋਏ ਤਿਆਰ ਸਭ ਥਾਨ ਨੂੰ। ਹਾਂ, ਸਾਰੇ ਆਪੋ ਆਪਣੇ ਥਾਵਾਂ ਨੂੰ ਜਾਣ ਲਈ ਜਦੋਂ ਤਿਆਰ ਹੋਏ ਨੇ। ਬਾਬਾ ਦੀਪ ਸਿੰਘ ਗੁਰ ਪਿਆਰੇ। ਬਾਬਾ ਦੀਪ ਸਿੰਘ ਜੀ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਔਰ ਸਿਦਕੀ ਗੁਰੂ ਕੇ ਸਿੱਖ ਹਨ। ਮੁਲਕ ਮਾਲਵੇ ਔਰ ਪਧਾਰੇ। ਆਪ ਜੀ ਨੇ ਵੀ ਪੰਥ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਪੰਥ ਖਾਲਸਾ ਜੀ ਮੈਨੂੰ ਵੀ ਵਧਾਈਗੀ ਬਖਸ਼ੋ। ਆਪ ਜੀ ਮਾਲਵੇ ਦੀ ਤਰਫ ਨੂੰ ਚਲੇ ਗਏ। ਆਏ ਦਮਦਮੇ ਗੁਰ ਅਸਥਾਨ। ਦਮਦਮਾ ਸਾਹਿਬ ਆਪ ਜੀ ਗੁਰਾਂ ਕੇ ਅਸਥਾਨ ਨੂੰ ਚੱਲ ਕੇ ਆ ਗਏ। ਕੁਝ ਕੁ ਦਿਨਾਂ ਵਿੱਚ ਕਰਦੇ ਦਮਦਮੇ ਆਨ। ਹਾਂ, ਕੁਝ ਕੁ ਦਿਨਾਂ ਦੇ ਵਿੱਚ ਪੜਾਓ ਪੜਾਈ ਨੰਦਾਂ ਦੀ ਪੁਰੀ ਤੋਂ ਚੱਲ ਕਰਕੇ ਜਿੱਥੇ ਜਿੱਥੇ ਗੁਰੂ ਕਲਗੀਧਰ ਨੇ ਚਰਨ ਪਾਏ ਸਨ, ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਮੁਕਤਸਰ ਸਾਹਿਬ ਥਾਣੀ ਹੁੰਦੇ ਹੋਏ ਦਮਦਮਾ ਸਾਹਿਬ ਆ ਗਏ। ਗੁਰਦੁਆਰੇ ਦੀ ਸੇਵਾ ਕਰਦੇ। ਇੱਥੇ ਰਹਿ ਕਰਕੇ ਆਪ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਮਨ ਗੁਰੂ ਦਾ ਬਚਨ ਵਿੱਚ ਹਿਰਦੇ ਧਰਦੇ। ਹਾਂ, ਗੁਰੂ ਸਾਹਿਬ ਜੀ ਦਾ ਬਚਨ ਆਪਣੇ ਹਿਰਦੇ ਵਿੱਚ ਧਾਰਦੇ ਨੇ। ਮਹਾਰਾਜ ਨੇ ਕਿਹਾ ਸੀ, ਦੀਪ ਸਿੰਘਾ ਮਰਿਆਦਾ ਨੂੰ ਨਾ ਛੱਡੀ, ਸਿੱਖੀ ਸਿਦਕ ਸਵਾਸਾਂ ਦੇ ਨਾਲ ਨਿਭਾਵੀਂ ਔਰ ਗੁਰਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰੀ। ਗੁਰਬਾਣੀ ਦਾ ਆਸਰਾ ਰੱਖੀ, ਨਿਤਨੇਮ ਵੱਡਾ ਕਰੀ। ਉਹ ਗੁਰੂ ਕਲਗੀਧਰ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਦੇ ਨੇ। ਸਿੰਘ ਭੁਜੰਗੀ ਜੇਤਕ ਸਾਰੇ। ਗੁਰੂ ਖਾਲਸਾ ਜੀ ਜਿੰਨੇ ਵੀ ਭੁਜੰਗੀ ਸਿੰਘ ਜਿਹੜੇ ਨਵੇਂ ਸੱਜਦੇ ਸਨ, ਉਹ ਸਾਰੇ ਚੱਲ ਕਰਕੇ ਬਾਬਾ ਜੀ ਦੇ ਕੋਲ ਆਉਂਦੇ ਸਨ। ਪੜਨ ਗੁਰਮੁਖੀ ਸਭ ਮੁਦਵਾਰੇ। ਸਾਰੇ ਹੀ ਬਾਬਾ ਜੀ ਦੇ ਕੋਲ ਆ ਕਰਕੇ ਗੁਰਮੁਖੀ ਅੱਖਰ ਪੜ੍ਹਦੇ ਸਨ। ਬੜੇ ਚਾਅ ਦੇ ਨਾਲ ਬਾਬਾ ਜੀ ਨੇ ਇੱਥੇ ਵੱਡੀ ਟਕਸਾਲ ਕਾਇਮ ਕੀਤੀ। ਟਕਸਾਲ ਗੁਰੂ ਖਾਲਸਾ ਜੀ ਉਹਨੂੰ ਕਹਿੰਦੇ ਨੇ ਜਿੱਥੇ ਸਿੱਕੇ ਬਣਦੇ ਨੇ। ਗੁਰੂ ਖਾਲਸਾ ਜੀ ਖੋਟੇ ਸਿੱਕਿਆਂ ਵਰਗੇ ਮੁਗਧ ਦਮਦਮੇ ਸਾਹਿਬ ਜਾਂਦੇ ਨੇ ਅਤੇ ਸੋਨੇ ਦੀਆਂ ਮੋਹਰਾਂ ਵਾਂਗੂ ਨਿਖਰ ਕੇ ਆਉਂਦੇ ਨੇ। ਐਸੀ ਟਕਸਾਲ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਪਰ ਕਾਇਮ ਕੀਤੀ। ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਵੱਡੇ ਜਥੇਦਾਰ ਹੋਏ ਨੇ, ਔਰ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ, ਇਹ ਸਾਰੇ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਵਿੱਚ ਰਹੇ ਦਮਦਮਾ ਸਾਹਿਬ ਔਰ ਉੱਥੇ ਹੀ ਰਹਿ ਕਰਕੇ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ। ਬਾਬਾ ਜੀ ਦੇ ਇਹ ਵੱਡੇ ਵਿਦਿਆਰਥੀ ਹੋਏ ਹਨ। ਬਾਬਾ ਅਜੀਤ ਸਿੰਘ ਜੀ ਤਿੰਨ ਪੁਜਾਰੀਆਂ ਵਾਲੇ, ਬਾਬਾ ਨਾਥਾ ਸਿੰਘ ਜੀ, ਇਹ ਜਿੰਨੇ ਵੀ ਗੁਰੂ ਘਰ ਦੇ ਵੱਡੇ ਵਿਦਵਾਨ ਔਰ ਸ਼ਹੀਦ ਹੋਏ ਨੇ, ਸਾਰੇ ਬਾਬਾ ਜੀ ਦੇ ਕੋਲ ਰਹਿੰਦੇ। ਕਿਉਂਕਿ ਬਾਬਾ ਜੀ ਲੋਭ ਲਾਲਚ ਤੋਂ ਪਰੇ ਸਨ, ਬਿਅੰਗਮੀ ਪਹਿਰਾ ਰੱਖਣ ਵਾਲੇ ਔਰ ਸਿੱਖੀ ਦੇ ਪ੍ਰਚਾਰ ਦਾ ਮਨ ਵਿੱਚ ਚਾਅ ਰੱਖਣ ਵਾਲੇ ਮਹਾਂਪੁਰਖ ਸਨ। ਸੋ ਗੁਰੂ ਖਾਲਸਾ ਜੀ ਬਾਬਾ ਜੀ ਦੇ ਕੋਲ ਰਹਿ ਕੇ ਗੁਰਮੁਖੀ ਅੱਖਰ ਪੜ੍ਹਦੇ ਨੇ, ਮਨ ਵਿੱਚ ਖੁਸ਼ੀ ਧਾਰ ਕੇ। ਆ ਕੁਝ ਗੁਰੂ ਕੇ ਸਿੰਘਾਂ ਨੇ ਮੂੰਹ ਦੇ ਪੱਲੇ ਲਏ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਏਦਾਂ ਨਹੀਂ ਬਈਦਾ, ਇਹ ਮਰਿਆਦਾ ਨਹੀਂ ਹੈ। ਤੀਜੇ ਗੁਰੂ ਅਮਰਦਾਸ ਸਾਹਿਬ ਜੀ ਨੇ
ਬੀਬੀਆਂ ਨੂੰ ਘੁੰਡ ਕੱਢਣੋਂ ਡੱਕਿਆ ਸੀ ਵੀ ਇੱਥੇ ਘੁੰਡ ਕੱਢ ਕੇ ਨਹੀਂ ਆਉਣਾ, ਸਾਡੀ ਹਜ਼ੂਰੀ ਦੇ ਵਿੱਚ ਬਿਨਾਂ ਘੁੰਡ ਤੋਂ ਹੋ ਕੇ ਆਉਣਾ ਹੈ। ਤੇ ਜੇ ਆਪਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਘੁੰਡ ਕੱਢ ਕੇ ਬਹਿ ਗਏ ਤੇ ਆਪਾਂ ਕਿੱਡੇ ਕੁ ਵੱਡੇ ਗੁਰੂ ਕੇ ਸਿੱਖ ਹੋਏ। ਗੁਰੂ ਵੱਲੋਂ ਪਰਦਾ ਕਰਕੇ ਬਹਿਨੇ ਆ, ਫੇ ਗੁਰਾਂ ਦੀ ਹਜ਼ੂਰੀ ਵਿੱਚ ਬਹਿਣ ਦੀ ਕੀ ਮਰਿਆਦਾ ਹੈ। ਆਪ ਗੁਰੂ ਕੀ ਟਕਸਾਲ ਦੇ ਸਿੰਘ ਹੋ, ਆਪ ਗੁਰੂ ਕੇ ਪੰਥ ਦੇ ਸਿੰਘ ਹੋ। ਜੇ ਬਾਬਾ ਦੀਪ ਸਿੰਘ ਜੀ ਦੇ ਪੰਥ ਵਿੱਚ ਰਹਿ ਕੇ ਮੂੰਹ ਢੱਕ ਕੇ ਕਥਾ ਸੁਣੀ ਤਾਂ ਫਿਰ ਲੱਖ ਲਾਹਨਤ ਹੈ ਬਾਬਾ ਜੀ ਦੇ ਸਿੰਘ ਅਖਵਾਉਣ ਦੇ ਵਿੱਚ। ਬਾਬਾ ਜੀ ਕਰ ਅਦਕ ਪਿਆਰ, ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤਾ ਪਿਆਰ ਕਰਕੇ ਕਰਨ ਵਿਦਿਆ ਦਾ ਪ੍ਰਚਾਰ, ਵਿਦਿਆ ਦਾ ਬਹੁਤਾ ਵੱਡਾ ਪ੍ਰਚਾਰ ਕਰਦੇ ਨੇ ਗੁਰੂ ਕੀ ਕਾਂਛੀ ਵਿਖੇ। ਇਸੇ ਤਰ੍ਹਾਂ ਕਈ ਸਾਲ ਬਿਤਾਏ, ਕਈ ਸਾਲ ਬਾਬਾ ਜੀ ਨੇ ਗੁਰੂ ਕੀ ਕਾਂਛੀ ਵਿੱਚ ਬਤੀਤ ਕੀਤੇ। ਗੁਰਦੁਆਰੇ ਦੀ ਸੇਵਾ ਕਰਾਏ, ਹਾਂ ਗੁਰਧਾਮਾਂ ਦੀ ਸੇਵਾ ਕਰਵਾਈ। ਦਮਦਮਾ ਸਾਹਿਬ ਵਿਖੇ ਆਪ ਜੀ ਨੇ ਗੁਰੂ ਕਲਗੀਧਰ ਦੀ ਯਾਦ ਦੇ ਵਿੱਚ ਵੱਡਾ ਤਖਤ ਔਰ ਵੱਡਾ ਗੁਰੂ ਖਾਲਸਾ ਜੀ ਭੋਰਾ ਸਾਹਿਬ ਬਣਾਇਆ। ਅੱਜ ਉੱਥੇ ਵੱਡਾ ਬੁਰਜ ਬਣਿਆ ਹੋਇਆ ਹੈ, ਜਿੱਥੇ ਬਾਬਾ ਜੀ ਛੋਲਿਆਂ ਦੀ ਮੁੱਠ ਖਾ ਕੇ ਪਾਣੀ ਪੀ ਕੇ ਅਤੇ ਗੁਰਾਂ ਦੀ ਗੁਰਬਾਣੀ ਠੰਡੇ ਥਾਂ ਬੈਠ ਕਰਕੇ ਲਿਖਿਆ ਕਰਦੇ ਸਨ। ਦੋਹਰਾ ਬੰਦੇ ਨੇ ਜਦ ਜੁਧ ਕਰ, ਜ਼ਾਲਮ ਲਏ ਸੁਧਾਰ। ਗੁਰੂ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦੋਂ ਯੁੱਧ ਕਰਕੇ ਦੁਨੀਆ ਦੇ ਉੱਪਰ ਜਾਂ ਹਿੰਦੁਸਤਾਨ ਦੇ ਤਖਤੇ ਉੱਪਰ ਜਿਹੜੇ ਜ਼ਾਲਮ ਬੈਠੇ ਸਨ, ਉਹਨਾਂ ਜ਼ਾਲਮਾਂ ਨੂੰ ਸੁਧਾਰ ਲੈਣਾ ਕੀਤਾ। ਅਮਨ ਰਿਹਾ ਤਦ ਮੁਲਕ ਵਿੱਚ, ਵਸਿਆ ਸੁਖ ਸੰਸਾਰ। ਜਦੋਂ ਸਾਰੇ ਸੰਸਾਰ ਦੇ ਵਿੱਚ ਅਮਲ ਰਿਹਾ, ਸਾਰੇ ਸੰਸਾਰ ਦੇ ਵਿੱਚ ਅਮਨੋ ਇਮਾਨ ਰਿਹਾ। ਸਾਰਾ ਹੀ ਸੰਸਾਰ ਬੜੇ ਵੱਡੇ ਸੁਖ ਦੇ ਵਿੱਚ ਵਸਿਆ। ਹਿੰਦੁਸਤਾਨ ਦੇ ਉੱਪਰ ਗਊ ਗਰੀਬ ਖੁਸ਼ਹਾਲੀ ਦੇ ਨਾਲ ਜਦੋਂ ਜੀਵਨ ਬਤੀਤ ਕਰਨ ਲੱਗ ਪਿਆ। ਚੌਪਈ ਰਿਹਾ ਪਹਾੜ ਜਦੋਂ ਤੋਂ ਜਾ ਕੇ, ਗੁਰੂ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਪਹਾੜਾਂ ਨੂੰ ਚੜ ਗਏ। ਉੱਥੇ ਆਪ ਜੀ ਨੇ ਥੜਾ ਕਾਇਮ ਕੀਤਾ, ਇੱਥੇ ਕੋਈ ਵੀ ਦੁਖੀਆ ਆਵੇ ਉਹਦਾ ਦੁੱਖ ਖੰਡਿਆ ਜਾਵੇਗਾ। ਸਾਰੇ ਪਹਾੜੀਆਂ ਨੇ ਬੜੇ ਜੰਤਰ ਮੰਤਰ ਕੀਤੇ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਅੱਗੇ ਇੱਕ ਨਾ ਚੱਲੀ। 22 ਧਾਰ ਦੀਆਂ ਰਿਆਸਤਾਂ ਬਾਬਾ ਜੀ ਦੇ ਚਰਨੀ ਆ ਪਈਆਂ। ਪਹਾੜਾਂ ਦੇ ਲੋਕਾਂ ਨੇ ਬਾਬਾ ਜੀ ਨੂੰ ਰੱਬੀ ਦੇਵਰੂ ਕਰਕੇ ਮੰਨਿਆ, ਰੱਬੀ ਅਵਤਾਰ ਮੰਨਿਆ। ਉੱਥੇ ਹੀ ਬਾਬਾ ਜੀ ਦਾ ਸੰਬੰਧ ਹੋਇਆ, ਵਿਆਹ ਹੋਇਆ ਤੇ ਆਪ ਜੀ ਦੇ ਘਰ ਗੁਰੂ ਖਾਲਸਾ ਜੀ, ਕਈਆਂ ਨੇ ਲਿਖਿਆ ਇੱਕ ਲੜਕੀ ਤੇ ਇੱਕ ਲੜਕਾ ਜਨਮਿਆ। ਇਸ ਤਰੀਕੇ ਦੇ ਨਾਲ ਪਹਾੜਾਂ ਵਿੱਚ ਜਾ ਕਰਕੇ ਬਾਬਾ ਜੀ ਜਦੋਂ ਰਹਿਣ ਲੱਗ ਪਏ। ਦਸਮ ਗੁਰੂ ਦੇ ਬਚਨ ਭੁਲਾ ਕੇ, ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨਾਂ ਤੋਂ ਕੁਝ ਕੁ ਖਿਸਕ ਗਏ। ਗੁਰੂ ਖਾਲਸਾ ਜੀ ਇੱਕ ਨੇ ਲਿਖਿਆ ਹੈ, ਇੱਕ ਮਹਾਂਪੁਰਸ਼ ਨੇ, ਐਸਾ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਸੰਸਾਰ ਦੇ ਵਿੱਚ ਕੌਣ ਜੰਮਿਆ ਹੈ ਜਿਨੇ ਵਡਿਆਈ ਪਾ ਕਰਕੇ ਹੰਕਾਰ ਨਾ ਕੀਤਾ ਹੋਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਨੀਆ ਦੇ ਉੱਪਰ ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਅਵਤਾਰ, ਪੀਰ ਪੈਗੰਬਰ, ਰਾਜੇ ਮਹਾਰਾਜੇ ਵਡਿਆਈ ਨੂੰ ਪਾ ਕਰਕੇ ਹੰਕਾਰ ਦੇ ਸਹਿਤ ਹੋ ਜਾਂਦੇ ਨੇ। ਗੁਰੂ ਖਾਲਸਾ ਜੀ ਹੋਰਨਾਂ ਦੀ ਕੀ ਗੱਲ ਕਰਨੀ ਹੈ, ਆਪਾਂ ਨੂੰ ਵੀ ਹੰਕਾਰ ਆ ਹੀ ਜਾਂਦਾ ਹੈ। ਅਜੇ ਗੁਰੂ ਖਾਲਸਾ ਜੀ ਆਪਾਂ ਆਪਣੇ ਆਪ ਨੂੰ ਧਾਰਮਿਕ ਲੋਕ ਖਵਾਉਣੇ ਹੈ। ਜਿੰਨੇ ਆਪਾਂ ਵਿਦਿਆਰਥੀ ਆ ਬਾਬਾ ਜੀ ਦੇ ਘਰ ਦੇ, ਆਪਾਂ ਸਾਰੇ ਆਪਣੀ ਗੱਲ ਕਰ ਲਈਏ। ਆਪਣੇ ਮਨ ਵਿੱਚ ਵੀ ਹੰਕਾਰ ਆ ਹੀ ਜਾਂਦਾ ਹੈ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਏਡਾ ਵੱਡਾ ਰਾਜ ਸਾਜ ਮਿਲਿਆ ਸੀ, ਜੇ ਥੋੜਾ ਜਿਹਾ ਉਹਨਾਂ ਦੇ ਮਨ ਵਿੱਚ ਕੋਈ ਆ ਗਿਆ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਸੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਥੋੜਾ ਜਿਹਾ ਖਿਸਕ ਗਏ। ਉੱਥੇ ਜਾਏ ਗੁਰੂ ਬਨ ਬੈਠਾ, ਉੱਥੇ ਜਾ ਕਰਕੇ ਆਪ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਬਚਨਾਂ ਨੂੰ ਭੁਲਾ ਦਿੱਤਾ। ਪਹਾੜੀ ਲੋਕਾਂ ਨੇ ਗੁਰੂ ਕਰਕੇ ਅਵਤਾਰ ਕਰਕੇ ਪੂਜਿਆ। ਆਪ ਜੀ ਦੇ ਮਨ ਵਿੱਚ ਵੀ ਗੁਰੂ ਦਾ ਭਾਵ ਉੱਥੇ ਆ ਗਿਆ ਵੀ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਅੱਗੇ ਗੁਰੂ ਹਾਂ। ਲੱਗਾ ਕਰਨ ਡਾਡੀਆਂ ਐਠਾਂ, ਗੁਰੂ ਖਾਲਸਾ ਜੀ ਉੱਥੇ ਡਾਢਾ ਹੀ ਆਕੜਨ ਲੱਗ ਪਏ। ਬਾਬਾ ਬੰਦਾ ਸਿੰਘ ਜੀ ਬਹਾਦਰ
ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ ਅਤੇ ਗੁਰੂ ਕੇ ਪੰਥ ਖਾਲਸੇ ਦੇ ਨਾਲ ਆਕੜ ਵੈਰ ਵਿਰੋਧ ਸ਼ੁਰੂ ਕਰ ਦਿੱਤਾ। ਫੇਰ ਸ੍ਰੀ ਅੰਮ੍ਰਿਤਸਰ ਆਇਆ। ਫਿਰ ਗੁਰੂ ਖਾਲਸਾ ਜੀ ਉੱਥੇ ਗੱਲਾਂ ਚੱਲ ਪਈਆਂ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ ਕਿਹਾ ਸੀ ਬੰਦੇ ਬਹਾਦਰ ਨੂੰ ਵੀ ਖਾਲਸੇ ਦੀ ਤਾਬਿਆ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਜ਼ਾਲਮਾਂ ਨੂੰ ਸੋਧਾ ਲਾਉਣਾ ਹੈ। ਇਹ ਤੇ ਪਹਾੜੀ ਇਲਾਕੇ ਵਿੱਚ ਵਿਆਹ ਕਰਵਾ ਕੇ ਬੈਠ ਗਿਆ ਹੈ। ਇਹ ਹੁਣ ਸਿੱਖੀ ਦਾ ਪ੍ਰਚਾਰ ਕੀ ਕਰੇਗਾ? ਜਦੋਂ ਬਾਬੇ ਬੰਦੇ ਬਹਾਦਰ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਗੁਰੂ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਉਹ ਬੜੇ ਰੋਹ ਵਿੱਚ ਆ ਗਏ। ਰੋਹ ਵਿੱਚ ਆ ਕਰਕੇ ਗੁਰੂ ਖਾਲਸਾ ਜੀ ਉਹਨਾਂ ਨੇ ਪੰਥ ਖਾਲਸੇ ਨੂੰ ਕਿਹਾ ਚਲੋ ਜਿੱਧਰ ਨੂੰ ਚੱਲਣਾ ਹੈ। ਪੰਥ ਖਾਲਸਾ ਗੁਰੂ ਖਾਲਸਾ ਜੀ ਪਹਾੜਾਂ ਤੋਂ ਹੇਠਾਂ ਨੂੰ ਉਤਰਦਾ ਹੋਇਆ ਦੁਆਬੇ ਵਿੱਚ ਜ਼ਾਲਮਾਂ ਨੂੰ ਸੋਧਦਾ ਹੋਇਆ ਬਟਾਲੇ ਤੱਕ ਆ ਉਪੜਿਆ। ਬਟਾਲੇ ਗੁਰੂ ਖਾਲਸਾ ਜੀ ਭਾਰੀ ਜੰਗ ਹੋਇਆ। ਗੰਡਾ ਸਿੰਘ ਜੀ ਨੇ ਤੇ ਹੋਰ ਇਤਿਹਾਸਕਾਰਾਂ ਨੇ ਲਿਖਿਆ ਹੈ ਇੱਥੋਂ ਦਾ ਗੁਰੂ ਖਾਲਸਾ ਜੀ ਜਿਹੜਾ ਹੁਕਮਰਾਨ ਸੀ ਉਹ ਬਾਹਰ ਨੂੰ ਨਿਕਲਿਆ ਜਿੱਥੇ ਗੁਰੂ ਖਾਲਸਾ ਜੀ ਮੜੀਆਂਵਾਲ ਦਾ ਇਲਾਕਾ ਹੈ। ਅੱਜ ਗੁਰੂ ਖਾਲਸਾ ਜੀ ਉੱਥੇ ਛਾਉਣੀ ਬਣੀ ਹੋਈ ਹੈ ਗੁਰੂ ਨਾਨਕ ਦਲ ਮੜੀਆਂਵਾਲ ਦੀ। ਬਾਬਾ ਕੇਰ ਸਿੰਘ ਜੀ ਅਤੇ ਬਾਬਾ ਗੁਰੂ ਖਾਲਸਾ ਜੀ ਕਰਮ ਸਿੰਘ ਜੀ ਡੰਡਿਆਂ ਵਾਲੇ ਮਹਾਂਪੁਰਖ ਉਹਨਾਂ ਨੇ ਉਸ ਅਸਥਾਨ ਤੇ ਬੈਠ ਕੇ ਵੱਡੀ ਤਪੱਸਿਆ ਕੀਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜੰਝ ਦਾ ਟਿਕਾਓ ਵੀ ਉੱਥੇ ਹੀ ਹੋਇਆ ਸੀ। ਉੱਥੇ ਗੁਰੂ ਖਾਲਸਾ ਜੀ ਗਏ ਗੱਚ ਜੰਗ ਹੋਇਆ। ਸ਼ੇਰਾਂ ਵਾਲੇ ਗੇਟ ਤੋਂ ਪਠਾਨ ਨਿਕਲ ਕੇ ਆਇਆ ਆਪਣੀਆਂ ਫੌਜਾਂ ਸਹਿਤ। ਉੱਥੇ ਹੀ ਗੁਰੂ ਖਾਲਸਾ ਜੀ ਉਹਨੂੰ ਮਾਰ ਮੁਕਾਇਆ। ਇੱਥੇ ਗੁਰੂ ਕੇ ਪੰਥ ਖਾਲਸੇ ਵਿੱਚ ਤੇ ਬੰਦੇ ਬਹਾਦਰ ਵਿੱਚ ਤਕਰਾਰ ਹੋਈ। ਬੰਦਾ ਸਿੰਘ ਜੀ ਬਹਾਦਰ ਕਹਿੰਦੇ ਨੇ ਲਾਹੌਰ ਨੂੰ ਮੱਲ ਲਈਏ ਤੇ ਲਾਹੌਰ ਜਦੋਂ ਆਪਣੇ ਕਬਜ਼ੇ ਵਿੱਚ ਆ ਜਾਵੇਗਾ ਤੇ ਹਿੰਦੁਸਤਾਨ ਦੇ 4 ਤਖਤਾਂ ਵਿੱਚੋਂ ਜਦੋਂ ਆਪਾਂ ਇੱਕ ਤਖਤ ਤੇ ਕਾਬਜ ਹੋ ਗਏ ਤੇ ਆਪਣਾ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਾਜ ਸੱਤਾ ਦਾ ਬਲਬੂਤਾ ਬੜਾ ਵੱਧ ਜਾਵੇਗਾ। ਪਰ ਖਾਲਸਾ ਕਹਿੰਦਾ ਹੈ ਗੁਰੂ ਕਲਗੀਧਰ ਨੇ ਹੁਕਮ ਕੀਤਾ ਸੀ ਸਾਰੇ ਦੁਸ਼ਟਾਂ ਨੂੰ ਸੋਧ ਕਰਕੇ ਆਪ ਨੇ ਅਕਾਲ ਤਖਤ ਜਾਣਾ ਹੈ। ਜਿਸ ਤਖਤ ਨੂੰ ਦੁਨੀਆ ਦੇ ਸਾਰੇ ਤਖਤ ਨਿਉਂਦੇ ਨੇ ਉਸ ਤਖਤ ਦੇ ਉੱਪਰ ਜਾ ਕੇ ਮੱਥਾ ਟੇਕਣਾ ਹੈ। ਉਹ ਤਖਤ ਨੂੰ ਸਜਦਾ ਕਰੋਗੇ ਹਿੰਦੁਸਤਾਨ ਕੀ ਪੂਰੀ ਦੁਨੀਆ ਵਿੱਚ ਤੁਹਾਡਾ ਬੋਲਬਾਲਾ ਹੋ ਜਾਵੇਗਾ। ਗੁਰੂ ਖਾਲਸਾ ਜੀ ਬੰਦਾ ਸਿੰਘ ਜੀ ਬਹਾਦਰ ਉਹ ਰਾਜਸੀ ਬਲ ਪ੍ਰਾਪਤ ਕਰਨ ਲਈ ਲਾਹੌਰ ਨੂੰ ਚਲੇ ਗਏ। ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਅਲੱਗ ਹੋ ਕਰਕੇ ਬਾਬਾ ਬਨੋਦ ਸਿੰਘ ਜੀ ਉਹਨਾਂ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਤਾਬਿਆ ਹੇਠ ਗੁਰੂ ਖਾਲਸਾ ਜੀ ਖਾਲਸਾ ਅਕਾਲ ਤਖਤ ਤੇ ਜਾ ਕੇ ਬੈਠ ਗਿਆ। ਉੱਥੇ ਫਿਰ 2 ਦਲ ਬਣੇ। ਪਹਿਲਾਂ ਤਤ ਖਾਲਸਾ ਸੀ, ਫਿਰ 2 ਦਲ ਬਣ ਗਏ, ਇੱਕ ਬੰਦਈ ਖਾਲਸਾ, ਇੱਕ ਗੁਰੂ ਖਾਲਸਾ ਜੀ ਤਤ ਖਾਲਸਾ। ਪਹਿਲਾਂ ਤੇ ਸਾਰਾ ਖਾਲਸਾ ਇਕੱਠਾ ਹੀ ਸੀ, ਫਿਰ 2 ਦਲ ਬਣ ਗਏ। ਬਾਬੇ ਬੰਦੇ ਨੂੰ ਮੰਨਣ ਵਾਲੇ ਉਹ ਬੰਦਈ ਅਖਵਾਉਂਦੇ ਨੇ, ਵੈਸ਼ਨੂ ਮਤ ਰੱਖਦੇ ਨੇ। ਗੁਰੂ ਕਲਗੀਧਰ ਨੂੰ ਮੰਨਣ ਵਾਲੇ ਤਤ ਖਾਲਸੇ ਅਖਵਾਉਂਦੇ ਨੇ। ਗੁਰੂ ਖਾਲਸਾ ਜੀ ਉਹ ਛਤਰੀ ਬਿਰਤੀ ਰੱਖਦੇ ਹਨ। ਇਸ ਤਰੀਕੇ ਦੇ ਨਾਲ ਕਵੀ ਠਾਕੁਰ ਸਿੰਘ ਜੀ ਗਿਆਨੀ ਜੀ ਉਹ ਪ੍ਰਸੰਗ ਲਿਖਦੇ ਪਏ ਨੇ। ਅੰਮ੍ਰਿਤਸਰ ਸਾਹਿਬ ਨੂੰ ਚੱਲ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਨੇ। ਗੁਰੂ ਬਚਨ ਨੂੰ ਮਨ ਲਲਚਾਇਆ। ਹਾਂ, ਗੁਰਾਂ ਦਾ ਬਚਨ ਇਹਨਾਂ ਦੇ ਮਨ ਵਿੱਚ ਆਇਆ ਹੈ। ਸ੍ਰੀ ਅੰਮ੍ਰਿਤਸਰ ਅੰਦਰ ਜਾ ਕੇ ਗੁਰੂ ਖਾਲਸਾ ਜੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕਰਕੇ ਸਿੰਘ ਜੀ ਕਰ ਗੁਰਮਤਾ ਧਿਆਨ। ਮੈਂ ਬੈਠਾਂਗਾ ਗੱਦੀ ਲਾ ਕੇ। ਮਨ ਵਿੱਚ ਗੁਰੂ ਬਣਨ ਦਾ ਫੁਰਨਾ ਆਇਆ ਵੀ ਹਰਿਮੰਦਰ ਸਾਹਿਬ ਜਾ ਕੇ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਬਹਿੰਦੇ ਰਹੇ ਨੇ ਉੱਥੇ ਮੈਂ ਗੱਦੀ ਲਾ ਕਰਕੇ ਬੈਠਾਂਗਾ। ਨਾਲ ਬੰਦਈ ਸਿੱਖ ਸਨ ਸਾਰੇ। ਗੁਰੂ ਖਾਲਸਾ ਜੀ ਬੰਦਈ ਸਿੱਖ ਨਾਲ ਆਏ ਸਨ। ਤਤ ਖਾਲਸਾ ਰਿਹਾ ਕਿਨਾਰੇ। ਤਤ ਖਾਲਸਾ ਬਣ ਚੁੱਕਾ ਸੀ, ਉਹ ਕਿਨਾਰੇ ਹੀ ਰਿਹਾ। ਬਟਾਲੇ ਤੋਂ ਗੁਰੂ ਖਾਲਸਾ ਜੀ 2 ਦਲ ਬਣੇ। ਬਾਬਾ ਜੀ ਲਾਹੌਰ ਨੂੰ ਨਿਕਲ ਗਏ, ਤਤ ਖਾਲਸਾ ਅੰਮ੍ਰਿਤਸਰ ਆ ਬੈਠਾ। ਲਾਹੌਰ ਤੋਂ ਹਾਰ ਖਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਧਰ ਨੂੰ ਆਏ ਨੇ।
ਬੰਦਈਆਂ ਨੇ ਕਿਹਾ ਗੁਰੂ ਤੇ ਆਪ ਹਰਮੰਦਰ ਸਾਹਿਬ ਤੇ ਜਾ ਕੇ ਕਬਜ਼ਾ ਕਰੋ। ਉਹ ਅਕਾਲ ਤਖਤ ਤੇ ਬਹਿ ਗਏ ਨੇ, ਤੁਸੀਂ ਹਰਮੰਦਰ ਤੇ ਕਬਜ਼ਾ ਕਰ ਲਓ। ਉਹਨਾਂ ਨੇ ਆਪਣਾ ਹੈੱਡਕੁਆਰਟਰ ਤਤ ਖਾਲਸੇ ਵਾਲਿਆਂ ਨੇ ਅਕਾਲ ਤਖਤ ਨੂੰ ਬਣਾਇਆ ਹੈ, ਤੁਸੀਂ ਹਰਮੰਦਰ ਨੂੰ ਬਣਾਓ। ਬਾਬਾ ਜੀ ਆਪਣੇ ਮਦਈਆਂ ਦੀ ਗੱਲ ਵਿੱਚ ਆ ਕਰਕੇ ਤੇ ਮਨ 'ਚ ਮਨਸੂਬਾ ਬਣਾ ਲਿਆ ਵੀ ਹਰਮੰਦਰ ਸਾਹਿਬ ਜਾ ਕੇ ਆਪਾਂ ਗੱਦੀ ਲਾ ਕੇ ਬਹਿਨੇ ਹਾਂ, ਉਹਨੂੰ ਆਪਣਾ ਹੈੱਡਕੁਆਰਟਰ ਬਣਾਉਣੇ ਹਾਂ, ਜਿਹਨੂੰ ਗੁਰਬਾਣੀ ਵਿੱਚ ਲਿਖਿਆ ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਗੁਰੂ ਖਾਲਸਾ ਜੀ ਇਸ ਤਰੀਕੇ ਨਾਲ ਬਾਬਾ ਜੀ ਆਏ ਹਨ। ਵਾਹਿਗੁਰੂ ਦੀ ਫਤਿਹ ਹਟਾ ਕੇ ਬਾਬਾ ਜੀ ਨੇ ਆ ਕੇ ਇੱਥੇ ਨਾ ਜਿੱਦ ਵਿੱਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਹਟਾ ਦਿੱਤੀ। ਕਹਿੰਦੇ ਤਤ ਖਾਲਸੇ ਵਾਲਿਓ ਤੁਸੀਂ ਵਾਹਿਗੁਰੂ ਦੀ ਫਤਿਹ ਬੁਲਾਓ, ਸਾਡੀ ਪਛਾਣ ਵੱਖਰੀ ਹੋਵੇਗੀ। ਜਿਹੜੇ ਮੈਨੂੰ ਮੰਨਣ ਵਾਲੇ ਹੋਣਗੇ ਉਹ ਆਖਣਗੇ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ। ਜਿਹੜੇ ਤੁਹਾਨੂੰ ਮੰਨਣ ਵਾਲੇ ਹੋਣਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਖਣਗੇ। ਇਸ ਤਰੀਕੇ ਨਾਲ ਜਿੱਦ ਵਿੱਚ ਆ ਕੇ ਤੇ ਆਪਣੇ ਮਦਈਆਂ ਦੇ ਪਿੱਛੇ ਲੱਗ ਕਰਕੇ ਬਾਬਾ ਜੀ ਨੇ ਇਹ ਅਨਹੋਣੀ ਗੱਲ ਕਰ ਦਿੱਤੀ। ਦਰਸ਼ਨ ਫਤਿਹ ਆਪਣੀ ਬੁਲਾ ਕੇ ਆਪਣੀ ਫਤਿਹ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਬੁਲਾ ਕਰਕੇ ਕਹੇ ਯਾਰਵਾਂ ਮੈਂ ਗੁਰ ਖਾਸ। ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਕਹਿਣ ਲੱਗੇ ਵੀ ਮੈਂ 11ਵਾਂ ਗੁਰੂ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੱਗੇ ਤੇ ਮੈਂ ਹਰਮੰਦਰ ਸਾਹਿਬ ਦੇ ਅੰਦਰ ਗੱਦੀ ਲਾ ਕੇ ਬੈਠਣਾ ਹੈ। ਮੇਰੇ ਅੱਗੇ ਕਰੋ ਅਰਦਾਸ, ਮੈਨੂੰ ਆ ਕੇ ਮੱਥਾ ਟੇਕੋ ਤੇ ਮੇਰੇ ਅੱਗੇ ਅਰਦਾਸੇ ਕਰੋ ਤੇ ਕਰਵਾਓ। ਇਹ ਅਹੰਕਾਰ ਭਰੀ ਸੁਣ ਬਾਣੀ। ਬਾਬਾ ਜੀ ਦਮਦਮੇ ਸਾਹਿਬ ਸਨ ਬਾਬਾ ਦੀਪ ਸਿੰਘ ਜੀ। ਬਾਬਾ ਜੀ ਨੂੰ ਸੁਣਿਆ ਗਿਆ ਵੀ ਦੋ ਦਲ ਬਣ ਗਏ ਨੇ, ਤਤ ਖਾਲਸਾ ਤੇ ਬੰਦਈ ਖਾਲਸਾ। ਤਤ ਖਾਲਸੇ ਅਕਾਲ ਤਖਤ ਤੇ ਬਹਿ ਗਏ ਨੇ ਤੇ ਬੰਦਈ ਖਾਲਸਿਆਂ ਨੇ ਬਾਬਾ ਬੰਦੇ ਬਹਾਦਰ ਨੂੰ ਚੁੱਕ ਥੱਲ ਕੇ ਹਰਮੰਦਰ ਸਾਹਿਬ ਲੈ ਆਂਦਾ ਹੈ। ਹਰਮੰਦਰ ਸਾਹਿਬ ਦੇ ਅੰਦਰ ਉਹ ਗੱਦੀ ਲਵਾਉਣਾ ਚਾਹੁੰਦੇ ਨੇ। ਉੱਥੇ ਤਤ ਖਾਲਸੇ ਤੇ ਬੰਦਈ ਖਾਲਸੇ ਵਿੱਚ ਟਕਰਾਅ ਹੋਵੇਗਾ, ਪੰਥ ਦਾ ਵੱਡਾ ਨੁਕਸਾਨ ਹੋਵੇਗਾ, ਪੰਥ ਜੂਝ ਜਾਵੇਗਾ। ਤੁਰਕ ਦੇ ਅੱਗੇ ਹੀ ਇਹ ਚਾਹੁੰਦੇ ਨੇ। ਬਾਬਾ ਜੀ ਦੇ ਕੰਨਾਂ ਵਿੱਚ ਇਸ ਤਰੀਕੇ ਨਾਲ ਗੱਲ ਪਈ। ਬਾਬਾ ਦੀਪ ਸਿੰਘ ਸੁਣ ਕਾਨੀ। ਹਾਂ, ਬਾਬਾ ਦੀਪ ਸਿੰਘ ਜੀ ਨੇ ਜਦੋਂ ਆਪਣੇ ਕੰਨਾਂ ਵਿੱਚ ਇਹ ਬਚਨ ਸੁਨੇ ਨੇ, ਗੱਜ ਕੇ ਬਚਨ ਉਚਾਰਨ ਕੀਤਾ। ਬਾਬਾ ਜੀ ਨੇ ਗੱਜ ਕਰਕੇ ਆਪਣੇ ਮੁਖ ਤੋਂ ਇਹ ਬਚਨ ਉਚਾਰਨ ਕੀਤਾ। ਤੂੰ ਗੁਰ ਸਿੱਖਿਓ ਹੋਇਆ ਰੀਤਾ। ਬਾਬਾ ਜੀ ਕਹਿਣ ਲੱਗੇ, ਗੱਜ ਕੇ ਬਚਨ ਕੀਤਾ ਉੱਥੋਂ ਦਮਦਮੇ ਤੋਂ ਹੀ, ਕਹਿਣ ਲੱਗੇ ਬੰਦਿਆ ਤੂੰ ਗੁਰੂ ਕੀ ਮਰਿਆਦਾ ਤੋਂ ਪਾਸੇ ਹਟ ਗਿਆ ਹੈ। ਇਦਾਂ ਕਹਿ ਕੇ ਬਾਬਾ ਦੀਪ ਸਿੰਘ ਜੀ ਘੋੜੇ ਚੜੇ, ਸਿੰਘਾਂ ਨੂੰ ਨਾਲ ਲੈ ਕੇ ਪੜਾਓ ਦਰ ਪੜਾਓ ਹੱਲੇ ਨਾਲ ਹੀ ਹਰਮੰਦਰ ਸਾਹਿਬ ਪਹੁੰਚੇ। ਬੰਦੇ ਬਹਾਦਰ ਨੂੰ ਮਿਲੇ, ਆ ਕੇ ਬਚਨ ਕੀਤਾ, ਬੰਦਿਆ ਤੂੰ ਗੁਰੂ ਦੀ ਸਿੱਖੀ ਤੋਂ ਗੁਰੂ ਦੀ ਮਰਿਆਦਾ ਤੋਂ ਪਿੱਛੇ ਹੋ ਗਿਆ ਹੈ। ਵਿੱਚ ਹਰਮੰਦਰ ਦੇ ਗੁਰ ਆਪ। ਹਰਮੰਦਰ ਸਾਹਿਬ ਦੇ ਵਿੱਚ ਆਪ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਿੱਤਾ ਗੁਰੂ ਗ੍ਰੰਥ ਜੀ ਥਾਪ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਪ ਦਿੱਤਾ। ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਬੀੜ ਲਿਖਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਗੁਰੂ ਖਾਲਸਾ ਜੀ ਇੱਥੇ ਹੀ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਲਾਇਆ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਪਾਇਆ। ਜਦੋਂ ਭਾਈ ਗੁਰਦਾਸ ਸਾਹਿਬ ਜੀ ਵਾਲੀ ਬੀੜ ਧੀਰਮਲ ਦੇ ਕੋਲ ਚਲੀ ਗਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਣੀ ਸਿੰਘ ਜੀ ਉਹਨਾਂ ਨੂੰ ਇੱਕ ਨਿਸ਼ਾਨ ਇੱਕ ਨਗਾਰਾ ਸ਼ਹੀਦ ਬਿਲਾਸ ਭਾਈ ਮਣੀ ਸਿੰਘ ਜੀ ਦੇ ਵਿੱਚ ਲਿਖਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਕੇ ਹਰਮੰਦਰ ਸਾਹਿਬ ਭੇਜਿਆ। ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕਰਨਾ, ਉੱਥੇ ਟਕਸਾਲ ਬਣਾਉਣੀ, ਅਰਥ ਪੜਾਉਣੇ, ਸਿੱਖੀ ਦਾ ਪ੍ਰਚਾਰ ਕਰਨਾ। ਇੱਕ ਨਿਸ਼ਾਨ ਤੇ ਇੱਕ ਨਗਾਰਾ ਦਿੱਤਾ, ਭਾਈ ਮਣੀ ਸਿੰਘ ਜੀ ਤੁਹਾਡਾ ਪੰਥ ਚੱਲੇਗਾ। ਗੁਰੂ ਖਾਲਸਾ ਜੀ ਭਾਈ ਜੀ ਦਾ ਗਿਆਨੀਆਂ ਦਾ ਪੰਥ ਚੱਲਿਆ। ਸੋ ਕਹਿਣ ਲੱਗੇ ਵੀ ਗੁਰੂ ਕਲਗੀਧਰ ਨੇ
ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਹੈ। ਸ੍ਰੀ ਗੁਰੂ ਅਰਜਨ ਸਤਿਗੁਰ ਪੂਰੇ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪੂਰੇ ਸਤਿਗੁਰੂ ਆਪਣੀ ਹੱਥੀਂ ਥਾਪ ਜਰੂਰੇ। ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਪਣਾ ਕੀਤਾ ਹਰਿਮੰਦਰ ਸਾਹਿਬ ਦੇ ਅੰਦਰ। ਹੁਣ ਗੁਰ ਦਸਮ ਪੰਥ ਦੇ ਵਾਲੀ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਪੰਥ ਦੇ ਵਾਲੀ ਨੇ, ਸਾਜ ਨਿਵਾਜਿਆ ਪੰਥ ਅਕਾਲੀ। ਉਹਨਾਂ ਨੇ ਜਦੋਂ ਅਕਾਲੀ ਪੰਥ ਨੂੰ ਸਾਜਣਾ ਕੀਤਾ, ਨਵਾਜਣਾ ਕੀਤਾ, ਗੁਰਿਆਈ ਤੇ ਮਾਲਕ ਪੰਥ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਕੇ ਪੰਥ ਨੂੰ ਗੁਰਿਆਈ ਦੇਣਾ ਕੀਤੀ। ਦਿੱਤਾ ਥਾਪ ਸ੍ਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਤੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਕਰ ਦਿੱਤਾ। ਕੋਨ ਇਹ ਬਚਨ ਆਪ ਗੁਰ ਕੀਤਾ। ਫਿਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਕੀਤਾ ਸੀ, ਪੜ ਵਿਚਾਰ ਕਰ ਨਿਜ ਮਨ ਮੀਤਾ। ਹਾਂ ਮੇਰੇ ਮਿੱਤਰਾ, ਆਪਣੇ ਮਨ ਵਿੱਚ ਪੜ ਤੇ ਉਸ ਨੂੰ ਵਿਚਾਰਨਾ ਕਰ। ਸਿੰਘ ਜੀ ਜਾਦੇ ਬਚਨ ਸੁਨਾਇਆ। ਹਾਂ ਕੀ ਬਚਨ ਕੀਤਾ ਹੈ? ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਹੈ। ਇਹ ਕਵੀ ਠਾਕੁਰ ਸਿੰਘ ਜੀ ਨੇ ਲਿਖਿਆ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੰਦੇ ਬਹਾਦਰ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਗੁਰੂ ਕਲਗੀਧਰ ਦੇ ਮੁਖਵਾਕ ਬਚਨ ਵੀ ਸੁਣਾਏ। ਕਹਿੰਦੇ ਇਹ ਨਹੀਂ ਨਾ ਮੰਨਣਾ ਵੀ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਲੀ ਗਵਾਹੀ ਪੜ। ਇਸ ਤਰ੍ਹਾਂ ਬਚਨ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਨੇ ਜਦੋਂ ਯਾਦ ਕਰ ਕਰਕੇ ਬੰਦਾ ਸਿੰਘ ਬਹਾਦਰ ਨੂੰ ਸੁਣਾਉਣਾ ਕੀਤੇ। ਤਤ ਖਾਲਸੇ ਦੇ ਮਨ ਭਾਇਆ। ਗੁਰੂ ਕੇ ਤਤ ਖਾਲਸੇ ਦੇ ਮਨ ਨੂੰ ਇਹ ਗੱਲ ਬੜੀ ਚੰਗੀ ਲੱਗੀ, ਕਿਉਂਕਿ ਤਤ ਖਾਲਸਾ ਮਰਿਆਦਾ ਪੁਰਸ਼ੋਤਮ ਉਹਦੇ ਬੰਦੇ ਬਹਾਦਰ ਨੂੰ ਰੋਕਦਾ ਸੀ ਵੀ ਤੂੰ ਕਿਹੜੇ ਕੰਮੇ ਲੱਗ ਗਿਆ ਹੈ, ਗੁਰੂ ਸਾਹਿਬ ਦੀ ਚਲਾਈ ਹੋਈ ਮਰਿਆਦਾ ਨੂੰ ਭੰਗ ਨਾ ਕਰ। ਜਦੋਂ ਬਾਬਾ ਜੀ ਨੇ ਬਾਦ ਲੀਲ ਉਹਨੂੰ ਗੱਲ ਸਮਝਾਈ ਨਾ ਬੰਦੇ ਨੂੰ, ਗੁਰਬਾਣੀ ਦੀਆਂ ਦਲੀਲਾਂ, ਗੁਰਬਾਣੀ ਦੀਆਂ ਉਦਾਹਰਨਾਂ, ਗੁਰਬਾਣੀ ਦੀਆਂ ਤੁਕਾਂ ਸੁਣਾ ਕਰਕੇ, ਤੇ ਗੁਰੂ ਕਾ ਤਤ ਖਾਲਸਾ ਬੜਾ ਖੁਸ਼ ਹੋਇਆ ਹੈ। ਤਤ ਖਾਲਸੇ ਦੇ ਅਗਰਬਾਨੀ। ਗੁਰੂ ਕੇ ਖਾਲਸੇ ਦੇ ਅੱਗੇ ਬਾਬਾ ਜੀ ਨੇ ਇਹ ਬਚਨ ਬੰਦੇ ਬਹਾਦਰ ਦੇ ਤਾਈ ਜਦੋਂ ਕਹਿਣਾ ਕੀਤੇ। ਭਾਈ ਮਣੀ ਸਿੰਘ ਜੀ ਗਿਆਨੀ। ਹਾਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜਿਹੜੇ ਵੱਡੇ ਵਿਦਵਾਨ ਤੇ ਗੁਰੂ ਘਰ ਦੇ ਗਿਆਨੀ, ਤੇ ਬਾਬਾ ਦੀਪ ਸਿੰਘ ਜੀ ਦੇ ਵਿਦਿਆ ਗੁਰਦੇਵ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਉਹ ਗ੍ਰੰਥੀ ਸਨ। ਪਰਉਪਕਾਰੀ ਗੁਰਮਤਿ ਪੰਥੀ। ਹਾਂ ਪਰਉਪਕਾਰ ਕਰਨ ਵਾਲੇ ਤੇ ਗੁਰਮਤਿ ਦੇ ਮਾਰਗ ਉੱਪਰ ਚੱਲਣ ਵਾਲੇ ਸਨ। ਉਹਨਾਂ ਦੋਹਾਂ ਦਲਾਂ ਨੂੰ ਕਹਿ ਕੇ ਗੁਰੂ ਖਾਲਸਾ ਜੀ ਇਹਨਾਂ ਨੇ ਗੁਰਮਤਾ ਕੀਤਾ ਵੀ ਉਹਦਾ ਨਹੀਂ ਦੋਨਾਂ ਨੇ ਸਮਝਣਾ, ਲੜਾਈ ਝਗੜਾ ਹੋਵੇਗਾ ਤੇ ਇਹਨਾਂ ਦਾ ਮਸਲਾ ਹੱਲ ਕਰਵਾ ਦੇਣਾ ਚਾਹੀਦਾ ਹੈ। ਉਹਨਾਂ ਨੇ ਦਵਾਂ ਦਲਾਂ ਨੂੰ ਕਹਿ ਬੁਝਾ ਕੇ ਸਮਝਾ ਕਰਕੇ ਏਵ ਮੁਕਾਇਆ ਇਹ ਝਗੜਾ ਬਹਿ ਕੇ। ਇਸ ਤਰੀਕੇ ਦੇ ਨਾਲ ਝਗੜਾ ਮਕਾਉਣਾ ਕੀਤਾ ਬਹਿ ਕਰਕੇ। ਸ੍ਰੀ ਹਰਿ ਪੌੜੀ ਅੰਮ੍ਰਿਤਸਰ ਜੀ। ਜਿੱਥੇ ਹਰ ਕੀ ਪੌੜੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਿੱਛੇ, ਦਰਬਾਰ ਸਾਹਿਬ ਦੇ ਪਿੱਛੇ ਜਿੱਥੋਂ ਚੂਲਾ ਲਈਦਾ ਨਾ, ਹਰ ਕੀ ਪੌੜੀ, ਜਿੱਥੇ ਉਹ ਸਥਾਨ ਹੈ, ਉਸ ਅਸਥਾਨ ਦੇ ਉੱਪਰ ਆਪਾਂ ਪਰਚੀਆਂ ਪਾ ਲੈਨੇ ਹਾਂ। ਚਿੱਠੀਆਂ ਲਿਖ ਪਾਵੋ ਜੇ ਮਰਜੀ। ਆਪ ਜੀ ਲਿਖ ਕਰਕੇ ਚਿੱਠੀਆਂ ਪਾ ਲਓ ਜੇ ਆਪ ਜੀ ਦੀ ਮਰਜ਼ੀ ਹੈ ਨਾ, ਤੇ ਜਿਹੜਾ ਸੱਚਾ ਹੋਵੇਗਾ ਉਹਦੀ ਚਿੱਠੀ ਤਰ ਕੇ ਆਪੇ ਉੱਪਰ ਆ ਜਾਵੇਗੀ ਤੇ ਦੂਜੇ ਦੀ ਪਰਚੀ ਡੁੱਬ ਜਾਵੇਗੀ। ਇਹ ਵੀ ਗੁਰੂ ਘਰ ਦੀ ਮਰਿਆਦਾ ਹੈ। ਜਿੱਦਾਂ ਟਾਸ ਪਾਉਂਦੇ ਹਨ, ਇਦਾਂ ਦੋ ਪਰਚੀਆਂ ਲਿਖੋ, ਜਲ ਵਿੱਚ ਡੁਬੋ ਦਿਓ, ਜਿਹੜਾ ਗੁਰੂ ਨੂੰ ਭਾਵੇ ਉਹਦੀ ਪਰਚੀ ਤਾਂ ਆ ਜਾਵੇਗੀ, ਦੂਜੇ ਦੀ ਡੁੱਬ ਜਾਵੇਗੀ। ਇੱਕ ਲਿਖ ਫਤਿਹ ਦਰਸ਼ਨੀ ਪਾਵੋ। ਇੱਕ ਦੇ ਉੱਪਰ ਲਿਖੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਦੂਜੇ ਉੱਪਰ ਲਿਖ ਦਿਓ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ। ਦੂਜੀ ਫਤਿਹ ਗੁਰੂ ਲਿਖਵਾਵੋ। ਹਾਂ ਦੂਜੀ ਦੇ ਉੱਪਰ ਗੁਰੂ ਦੀ ਫਤਿਹ ਲਿਖਾਓ, ਇੱਕ ਦੇ ਉੱਪਰ ਬੰਦੇ ਦੀ ਫਤਿਹ ਲਿਖਵਾ ਲਵੋ। ਜਿਹੜੀ ਡੁੱਬ ਜਾਵੇ ਵਿੱਚ ਸਰ ਦੇ। ਹਾਂ ਜਿਹੜੀ ਪਰਚੀ ਸਰੋਵਰ ਦੇ ਵਿੱਚ ਡੁੱਬ ਜਾਵੇ ਉਹ ਨਾ ਸਿੱਖ ਗੁਰੂ ਦੇ ਘਰ ਦੇ। ਜਾਣ ਲੋ ਵੀ ਉਹ ਗੁਰੂ ਕੇ ਸਿੱਖ ਨਹੀਂ ਹੈ,
ਉਹ ਗੁਰੂ ਨੂੰ ਨਹੀਂ ਪਾਏ। ਗੁਰੂ ਦੀ ਉਹਨਾਂ ਉੱਪਰ ਕਰੂਪੀ ਹੈ। ਦੋਹਾਂ ਦਲਾਂ ਨੇ ਇਹ ਗੱਲ ਮੰਨ, ਗੁਰੂ ਖਾਲਸਾ ਜੀ ਦੋਨਾਂ ਨੇ ਇਹ ਗੱਲ ਮੰਨ ਲੈਣਾ ਕੀਤੀ। ਆਖਿਆ ਮਣੀ ਸਿੰਘ ਜੀ ਧੰਨ, ਕਹਿਣ ਲੱਗੇ ਭਾਈ ਮਣੀ ਸਿੰਘ ਸਾਹਿਬ ਜੀ ਉਹ ਧੰਨ ਨੇ, ਉਹ ਧੰਤਾ ਦੇ ਯੋਗ ਨੇ, ਜਿਨ੍ਹਾਂ ਨੇ ਇਹ ਸੋਹਣਾ ਫੈਸਲਾ ਕੀਤਾ ਹੈ। ਦਰਸ਼ਨ ਫਤਿਹ ਬੰਦਿਆਂ ਵਾਲੀ। ਗੁਰੂ ਖਾਲਸਾ ਜੀ ਬਾਬਾ ਜੀ ਜਦੋਂ ਭਾਈ ਮਣੀ ਸਿੰਘ ਜੀ ਨੇ ਇਹ ਪ੍ਰਸਤਾਵ ਰੱਖਿਆ ਨਾ ਪੰਥ ਦੇ ਵਿੱਚ, ਬਾਬਾ ਦੀਪ ਸਿੰਘ ਜੀ ਕਹਿੰਦੇ ਭਾਈ ਮਣੀ ਸਿੰਘ ਜੀ ਧੰਨ ਨੇ, ਜੋ ਇਹਨਾਂ ਕਹਿਤਾ ਉਦਾਂ ਹੀ ਹੋਵੇਗਾ। ਗੁਰੂ ਖਾਲਸਾ ਜੀ ਜਿਹੜੇ ਬੰਦੇ ਬਹਾਦਰ ਨੂੰ ਮੰਨਣ ਵਾਲੇ ਸਨ, ਉਹਨਾਂ ਨੇ ਪਰਚੀ ਉੱਪਰ ਦਰਸ਼ਨ ਜੀ ਕਾ ਖਾਲਸਾ ਤੇ ਦਰਸ਼ਨ ਜੀ ਕੀ ਫਤਿਹ ਲਿਖ ਦਿੱਤਾ। ਤੇ ਗੁਰ ਫਤਿਹ ਗਜਾਏ ਅਕਾਲੀ। ਹਾਂ, ਜਿਹੜੇ ਗੁਰੂ ਖਾਲਸਾ ਜੀ ਗੁਰੂ ਨੂੰ ਮੰਨਣ ਵਾਲੇ ਸਨ, ਉਹਨਾਂ ਨੇ ਅਕਾਲੀ ਗੁਰਾਂ ਕੀ ਫਤਿਹ ਗਜਾ ਕੇ ਲਿਖ ਦਿੱਤੀ। ਦੋਵੇਂ ਲਿਖ ਕੇ ਫਤਿਹ ਪਿਆਰੇ। ਹਾਂ, ਦੋਨਾਂ ਨੇ ਆਪੋ ਆਪਣੀਆਂ ਚਿੱਠੀਆਂ ਉੱਪਰ ਪਿਆਰ ਦੇ ਨਾਲ ਆਪੋ ਆਪਣੀਆਂ ਫਤਿਹ ਲਿਖੀਆਂ। ਦਿੱਤੀਆਂ ਅੰਮ੍ਰਿਤ ਦੇ ਵਿੱਚ ਡਾਰੇ। ਅਰਦਾਸਾ ਕੀਤਾ ਬਾਬਾ ਦੀਪ ਸਿੰਘ ਜੀ ਨੇ, ਭਾਈ ਮਣੀ ਸਿੰਘ ਜੀ ਨੇ ਗੁਰੂ ਦੇ ਉੱਪਰ ਚੌਰ ਕੀਤਾ ਤੇ ਗੁਰੂ ਖਾਲਸਾ ਜੀ ਮੁਖਵਾਕ ਲਿਆ। ਫਿਰ ਹਰ ਕੀ ਪੌੜੀ ਤੇ ਜਾ ਕਰਕੇ ਦੋਨਾਂ ਨੇ ਜਿਹੜੀਆਂ ਚਿੱਠੀਆਂ ਸੀ ਉਹ ਡੋਬ ਦਿੱਤੀਆਂ। ਇੱਕ ਚਿੱਠੀ ਭਾਈ ਮਣੀ ਸਿੰਘ ਨੇ ਪੜ੍ਹੀ ਤੇ ਇੱਕ ਚਿੱਠੀ ਬਾਬਾ ਦੀਪ ਸਿੰਘ ਜੀ ਨੇ। ਡੁਬਕੀ ਦੋਹਾਂ ਚਿੱਠੀਆਂ ਖਾਈ। ਗੁਰੂ ਖਾਲਸਾ ਜੀ ਦੋਨਾਂ ਹੀ ਚਿੱਠੀਆਂ ਨੇ ਡੁਬਕੀਆਂ ਖਾਣੀਆਂ ਕੀਤੀਆਂ। ਵਿੱਚ ਅੰਮ੍ਰਿਤ ਦੇ ਲੁਕੀਆਂ ਜਾਈ। ਅੰਮ੍ਰਿਤ ਜਲ ਦੇ ਵਿੱਚ ਜਾ ਕਰਕੇ ਦੋਨੋਂ ਹੀ ਚਿੱਠੀਆਂ ਲੁਕ ਗਈਆਂ ਹਨ। ਦੋਨੋਂ ਦਲ ਅੰਮ੍ਰਿਤ ਵੱਲ ਵੇਖਣ। ਦੋਨੋਂ ਹੀ ਦਲ ਗੁਰੂ ਖਾਲਸਾ ਜੀ ਅੰਮ੍ਰਿਤ ਜਲ ਵੱਲ ਵੇਂਦੇ ਨੇ। ਉਹ ਕਹਿੰਦੇ ਸਾਡੇ ਤੇ ਗੁਰੂ ਖੁਸ਼ ਹੋਣਾ, ਉਹ ਕਹਿੰਦੇ ਸਾਡੇ ਤੇ ਹੋਣਾ। ਤੇ ਦਿਲ ਉਹਨਾਂ ਦੇ ਜਿਵੇਂ ਪੰਜਾਬੀ ਚ ਕਹਿੰਦੇ ਘਾਉ ਮਾਉ ਕਰਦੇ ਐ ਧੜਕਦੇ ਨੇ ਵੀ ਪਤਾ ਨਹੀਂ ਕਿਹਦੀ ਜਿੱਤ ਹੋ ਜਾਣੀ ਹੈ, ਕਿਹਦੇ ਤੇ ਗੁਰੂ ਦੀ ਖੁਸ਼ੀ ਹੋਣੀ ਹੈ। ਅੰਮ੍ਰਿਤ ਜਲ ਵੱਲ ਦੋਨੋਂ ਹੀ ਵੇਖਦੇ ਨੇ। ਨਿਕਲੇ ਕਿਹੜੀ ਚਿੱਠੀ ਦੇਖਣ। ਦੋਨੋਂ ਹੀ ਦੇਖਦੇ ਨੇ ਵੀ ਕਿਹੜੀ ਚਿੱਠੀ ਅੰਮ੍ਰਿਤ ਜਲ ਵਿੱਚੋਂ ਨਿਕਲੇਗੀ, ਕਿਹਦੇ ਉੱਪਰ ਗੁਰਾਂ ਦੀ ਬਹੁਤੀ ਖੁਸ਼ੀ ਹੋਵੇਗੀ। ਅੱਧੀ ਘੜੀ ਸੋ ਜਦੋਂ ਬਿਤਾਈ। ਗੁਰੂ ਖਾਲਸਾ ਜੀ ਅੱਧੀ ਘੜੀ ਚਿੱਠੀਆਂ ਡੁਬਕੀਆਂ ਹੀ ਖਾਂਦੀਆਂ ਰਹੀਆਂ। ਘੜੀ ਹੁੰਦੀ ਆ 22 ਮਿੰਟਾਂ ਦੀ, ਕਹਿ ਲੋ ਵੀ 11 ਮਿੰਟ ਚਿੱਠੀਆਂ ਡੁਬਕੀਆਂ ਖਾਂਦੀਆਂ ਰਹੀਆਂ। ਜਦੋਂ 11 ਮਿੰਟ ਗੁਰੂ ਖਾਲਸਾ ਜੀ ਚਿੱਠੀਆਂ ਨੇ ਬਿਤਾਏ ਨੇ। ਫਤਿਹ ਵਾਹਿਗੁਰੂ ਤਰ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਚਿੱਠੀ ਦੇ ਉੱਪਰ ਲਿਖਿਆ ਸੀ ਉਹ ਤਰ ਕੇ ਉੱਪਰ ਆ ਗਈ। ਤੇ ਮਹਾਰਾਜ ਗੁਰੂ ਰਾਮਦਾਸ ਨੇ ਵੀ ਹੁਕਮ ਦੇ ਦਿੱਤਾ ਵੀ ਅਸੀਂ ਤੇ ਤਤ ਖਾਲਸੇ ਦੇ ਮਦਈ ਹੈ, ਸਾਨੂੰ ਤਤ ਖਾਲਸਾ ਪਾਉਂਦਾ ਹੈ। ਇਹੀ ਸਾਡਾ ਆਪਣਾ ਪੰਥ ਹੈ, ਅਸੀਂ ਇਸ ਪੰਥ ਨੂੰ ਮੰਨਦੇ ਹਾਂ। ਤਤ ਖਾਲਸਾ ਮਨ ਪ੍ਰਸੰਨ। ਗੁਰੂ ਖਾਲਸਾ ਜੀ ਤਤ ਖਾਲਸੇ ਦੇ ਮਨ ਵਿੱਚ ਬੜੀ ਪ੍ਰਸੰਨਤਾ ਆਈ ਹੈ। ਮੁਖਤੀ ਕਹਿਣ ਵਾਹਿਗੁਰੂ ਧੰਨ। ਤਤ ਖਾਲਸਾ ਮੁਖੋਂ ਕਲਗੀਧਰ ਦੇ ਨਾਮ ਦੇ ਜਕਾਰੇ ਲਾਉਂਦਾ ਹੈ ਤੇ ਕਹਿੰਦੇ ਵਾਹਿਗੁਰੂ ਗੁਰੂ ਰਾਮਦਾਸ ਜੀ ਧੰਨ ਨੇ, ਧੰਨ ਨੇ। ਬੰਦੇ ਸਣੇ ਬੰਦੀਆਂ ਜਾਹਰ। ਗੁਰੂ ਖਾਲਸਾ ਜੀ ਬੰਦੇ ਦੇ ਸਮੇਤ ਜਿਹੜੇ ਬੰਦਈ ਸਿੱਖ ਸਨ ਉਹ ਝੂਠੇ ਯਾਰ ਹੋ ਗਏ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ। ਕੀਤਾ ਗੁਰਮੰਦਰ ਥੀ ਬਾਹਰ। ਉਹਨਾਂ ਨੂੰ ਗੁਰੂ ਜੀ ਦੇ ਮੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਕਰ ਦਿੱਤਾ। ਇਹ ਥੀ ਸਮਾ ਸਿੰਘ ਜੀ ਜੋਧਾ। ਗੁਰੂ ਖਾਲਸਾ ਜੀ ਇਹ ਥੀ ਸਮਾ ਸਿੰਘ ਜੀ ਸੋਧਾ, ਕੀਤਾ ਗੁਰਮਤ ਦਾ ਪ੍ਰਬੋਧਾ। ਇਹ ਜਿਹੜਾ ਬਹੁਤਾ ਵਿਖੜਾ ਸਮਾਂ ਸੀ, ਇਹ ਸਮੇਂ ਨੂੰ ਬਾਬਾ ਦੀਪ ਸਿੰਘ ਜੀ ਨੇ ਸੁਧਾਰਿਆ ਭਾਈ ਮਣੀ ਸਿੰਘ ਦੇ ਨਾਲ ਗੁਰਮਤਾ ਕਰਕੇ, ਨਹੀਂ ਤੇ ਸਿੱਖ ਪੰਥ ਦਾ ਵੱਡਾ ਨੁਕਸਾਨ ਹੋਣਾ ਸੀ। ਦੋਨਾਂ ਦਲਾਂ ਨੇ ਗੁਰੂ ਖਾਲਸਾ ਜੀ ਉਸ ਅਸਥਾਨ ਉੱਪਰ ਲੜਨਾ ਸੀ, ਉੱਥੇ ਖੂਨ ਬਿਖਰਨਾ ਸੀ ਜਿਸ ਅਸਥਾਨ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧੀ ਦੇ ਵਿਆਹ ਉੱਪਰ ਬਣੇ ਪਕਵਾਨ ਰਹਿਣ ਦਿੱਤੇ ਔਰ ਉਹ ਸਥਾਨ ਨੂੰ ਛੱਡ ਕੇ ਝਬਾਲ ਚਲੇ ਗਏ ਵੀ ਇਹ ਗੁਰਾਂ ਦੀ ਨਗਰੀ ਹੈ, ਇੱਥੇ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ। ਉਹ ਪਾਵਨ ਸਥਾਨ ਤੇ ਪੰਥ ਨੇ ਲੜਨਾ ਸੀ, ਤੁਰਕਾਂ ਨੇ ਵੇਖ ਵੇਖ ਕੇ ਹੱਸਣਾ ਸੀ। ਐਸੇ ਸਮੇਂ ਤੇ ਗੁਰਮਤ ਦਾ ਪਰਵ ਵਿਸ਼ੇਸ਼ ਕਰਕੇ ਗਿਆਨ ਬਾਬਾ ਦੀਪ ਸਿੰਘ ਜੀ ਨੇ ਬਖਸ਼ਣਾ ਕੀਤਾ। ਦੋਹਰਾ ਬੰਦਾ ਖਾਰਜ ਪੰਥ ਤੇ
ਗੁਰੂ ਬਚਨ ਤੇ ਹੇਤ ਗੁਰੂ ਬਣ ਕਰਕੇ ਬੰਦੇ ਬਹਾਦਰ ਨੂੰ ਗੁਰੂ ਕੇ ਪੰਥ ਤੋਂ ਖਾਰਜ ਕਰ ਦਿੱਤਾ ਗਿਆ। ਗੁਰੂ ਗ੍ਰੰਥ ਜੀ ਗੁਰੂ ਹਨ, ਇਹ ਗੁਰ ਘਰ ਦਾ ਭੇਤ। ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਇਹ ਗੁਰੂ ਘਰ ਦੀ ਵੱਡੀ ਮਰਿਆਦਾ ਹੈ, ਇਹ ਗੁਰੂ ਘਰ ਦਾ ਭੇਤ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਗੁਰੂ ਖਾਲਸਾ ਜੀ ਕੋਈ ਦੁਨੀਆ ਦੇ ਉੱਪਰ ਗੁਰੂ ਨਹੀਂ ਹੈ। 12 ਗੁਰਦੇਵ ਨੇ ਸਰਬਲੋ ਗ੍ਰੰਥ ਵਿੱਚ ਗੁਰੂ ਕਲਗੀਧਰ ਦੇ ਮੁਖਵਾਕ ਬਚਨ ਨੇ। ਜਿਵੇਂ ਗੁਰੂ ਖਾਲਸਾ ਜੀ ਸੂਰਜ ਦੀਆਂ 12 ਰਾਸ਼ੀਆਂ ਹੁੰਦੀਆਂ ਨੇ, ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਿਹੜੇ 12 ਗੁਰਦੇਵ ਨੇ ਇਹ ਸੂਰਜ ਦੀਆਂ 12 ਰਾਸ਼ੀਆਂ ਮਾਨੋ 12 ਸੂਰਜ ਹੀ ਹਨ। ਤਾਂ ਹੀ ਕਵੀ ਸੰਤੋਖ ਸਿੰਘ ਜੀ ਨੇ ਗੁਰਾਂ ਦੇ ਇਤਿਹਾਸ ਦਾ ਨਾਮ ਗੁਰਪ੍ਰਤਾਪ ਸੂਰਜ ਰੱਖਿਆ ਹੈ, ਕਿਉਂਕਿ 12 ਗੁਰਦੇਵ ਨੇ ਨਾ, ਸੂਰਜ 12 ਮਹੀਨੇ ਹੁੰਦੇ ਨੇ, 12 ਸੰਗਰਾਂਦਾਂ 12 ਰਾਸ਼ੀਆਂ। ਇਸ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੋ ਇਹ ਤੇ 10 ਵੱਡੀਆਂ ਪਾਤਸ਼ਾਹੀਆਂ, ਇਹ 12 ਗੁਰਦੇਵ ਹਨ। ਚੌਪਈ ਬਾਬਾ ਦੀਪ ਸਿੰਘ ਗੁਰੂ ਪਿਆਰੇ, ਬਾਬਾ ਦੀਪ ਸਿੰਘ ਜੀ ਗੁਰੂ ਕਲਗੀਧਰ ਜੀ ਦੇ ਪਿਆਰੇ। ਸ੍ਰੀ ਅੰਮ੍ਰਿਤਸਰ ਰਹਿ ਮਦ ਧਾਰੇ, ਗੁਰੂ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਵਿੱਚ ਗੁਰਸਿੱਖੀ ਨੂੰ ਧਾਰ ਕੇ ਰਹੇ ਕੁਝ ਸਮਾਂ। ਕਈ ਗੁਰਮਤੇ ਕਰਦੇ ਨਿਤ, ਇਹ ਝਗੜਾ ਨਿਪਟਾ ਕਰਕੇ ਆਪ ਜੀ ਕਈ ਗੁਰਮਤੇ ਭਾਈ ਮਣੀ ਸਿੰਘ ਜੀ ਨਾਲ ਨਿਤਾ ਹੀ ਕਰਦੇ ਨੇ। ਭਾਈ ਮਣੀ ਸਿੰਘ ਜੀ ਮਿੱਤ, ਆਪਣੇ ਮਿੱਤਰ ਭਾਈ ਮਣੀ ਸਿੰਘ ਜੀ ਦੇ ਨਾਲ ਕਰਦੇ ਗੁਰਮਤ ਦਾ ਪ੍ਰਚਾਰ। ਇੱਥੇ ਗੁਰੂ ਖਾਲਸਾ ਜੀ ਗੁਰੂ ਦੀ ਮੱਤ ਦਾ ਪ੍ਰਚਾਰ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਗੁਰਮਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਉਚਾਰਨ ਸੰਬੰਧੀ ਗੁਰਮਤੇ ਭਾਈ ਮਣੀ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਕਰਦੇ ਨੇ ਔਰ ਅੰਮ੍ਰਿਤ ਛਕਣ ਦਾ ਪ੍ਰਚਾਰ ਕਰਦੇ ਨੇ। ਕੇਵਲ ਕਰਨਾ ਪੰਥ ਸੁਧਾਰ, ਰੋਜ਼ ਹੀ ਗੁਰੂ ਖਾਲਸਾ ਜੀ ਕਈ ਘੰਟੇ ਇਹ ਗੁਰਮਤੇ ਭਾਈ ਮਣੀ ਸਿੰਘ ਜੀ ਨਾਲ ਕਰਦੇ। ਆਪਾਂ ਪੰਥ ਦਾ ਸੁਧਾਰ ਕਰਨਾ ਹੈ, ਪੰਥ ਵਿੱਚ ਢਿਲਾਈ ਨਹੀਂ ਆਉਣ ਦੇਣੀ, ਪੰਥ ਨੂੰ ਸਿਖਰਾਂ ਤੇ ਖੜਨਾ ਹੈ, ਗੁਰਮਰਿਆਦਾ ਨੂੰ ਉੱਚੀਆਂ ਕਰਨਾ ਹੈ, ਗੁਰੂ ਕੇ ਖਾਲਸੇ ਨੂੰ ਗੁਰੂ ਕੇ ਸਾਜਣਾ ਹੈ। 1 ਮਹੀਨਾ ਰਹਿ ਗੁਰ ਧਾਮ, ਗੁਰੂ ਖਾਲਸਾ ਜੀ 1 ਮਹੀਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹੇ। ਇੱਥੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹੇ। ਕੀਤੇ ਕਈ ਪੰਥ ਦੇ ਕੰਮ, ਇੱਥੇ ਰਹਿ ਕਰਕੇ ਆਪ ਜੀ ਨੇ ਕਈ ਪੰਥ ਦੇ ਕੰਮ ਕੀਤੇ ਨੇ। ਇੱਥੋਂ ਫੇਰ ਦਮਦਮੇ ਜਾਏ, ਇੱਥੋਂ ਫਿਰ ਗੁਰੂ ਖਾਲਸਾ ਜੀ ਦਮਦਮਾ ਸਾਹਿਬ ਨੂੰ ਗਏ ਨੇ। 10 ਗੁਰੂ ਦੇ ਬਚਨ ਕਮਾਏ, ਗੁਰਾਂ ਨੇ ਬਚਨ ਕੀਤੇ ਸੀ ਆਪ ਜੀ ਨੇ ਗੁਰੂ ਕੀ ਕਾਂਛੀ ਰਹਿਣਾ ਹੈ, ਉਹ ਗੁਰੂ ਕਲਗੀਧਰ ਦੇ ਬਚਨ ਕਮਾਏ ਹਨ। ਦੇਸ਼ ਮਾਲਵੇ ਦੇ ਵਿਚਕਾਰ, ਮਾਲਵੇ ਦੇਸ਼ ਦੇ ਵਿੱਚ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਕਰਦੇ ਅੰਮ੍ਰਿਤ ਦਾ ਪ੍ਰਚਾਰ। ਗੁਰੂ ਖਾਲਸਾ ਜੀ ਅੰਮ੍ਰਿਤ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ। ਲੰਗਰ ਆਦਿਕ ਸੇਵਾ ਕਰਦੇ, ਲੰਗਰ ਆਦਿਕ ਗੁਰੂ ਕੀ ਸੇਵਾ ਕਰਦੇ ਨੇ। ਸਿੱਧਕੀ ਸਿੰਘ ਗੁਰੂ ਘਰ ਦੇ, ਗੁਰੂ ਘਰ ਦੇ ਸਿੱਧਕੀ ਸਿੰਘ ਨੇ, ਗੁਰੂ ਕੀ ਸਿੱਖੀ ਨੂੰ ਕਮਾਉਂਦੇ ਨੇ। ਗੁਰੂ ਕੇ ਸਿਦਕ ਦੇ ਵਿੱਚ ਪੂਰੇ ਹੋ ਕਰਕੇ ਨਿਤਰਦੇ ਨੇ। ਗੁਰਬਾਣੀ ਦਾ ਕਰੇ ਪ੍ਰਚਾਰ, ਗੁਰਬਾਣੀ ਦਾ ਵੱਡਾ ਪ੍ਰਚਾਰ ਬਾਬਾ ਦੀਪ ਸਿੰਘ ਜੀ ਕਰਦੇ ਨੇ ਦਮਦਮਾ ਸਾਹਿਬ ਵਿਖੇ। ਦਿੱਤਾ ਸਾਰਾ ਦੇਸ਼ ਸੁਧਾਰ, ਸਾਰਾ ਹੀ ਮਾਲਵਾ ਦੇਸ਼, ਕਿਉਂਕਿ ਜੰਗਲੀ ਲੋਕ ਸੀ, ਗੁਰੂ ਕਲਗੀਧਰ ਨੇ ਇਹਨੂੰ ਮਾਲਵਾ ਬਣਾਇਆ, ਇਹਨੂੰ ਮਾਲੋ ਮਾਲ ਕੀਤਾ ਹੈ। ਬੀੜੀ ਹੁੱਕਾ ਆਮ ਚੱਲਦਾ ਸੀ, ਸਿਰ ਮੂੰਹ ਮੁੰਨੇ ਸਨ, ਬਹਿਣ ਦਾ ਨਹੀਂ ਸੀ ਪਤਾ, ਉੱਠਣ ਦਾ ਨਹੀਂ ਸੀ ਪਤਾ। ਬਾਬਾ ਦੀਪ ਸਿੰਘ ਜੀ ਨੇ ਇਹੋ ਜਿਹੇ ਸਿੰਘ ਸਾਜੇ, ਗੁਰੂ ਖਾਲਸਾ ਜੀ ਕਈਆਂ ਨੇ ਗੁਰੂ ਕੇ ਚੋਲੇ ਪਾ ਲਏ, ਕਈਆਂ ਨੇ ਕਿਰਪਾਨਾਂ ਪਾਈਆਂ, ਕਈਆਂ ਨੇ ਸੀਸ ਤੇ ਦਮਾਲੇ ਚਲਾਏ, ਗੁਰੂ ਕੇ ਹੋ ਗਏ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇੱਕ ਤੇ ਉਹਨਾਂ ਦੇ ਪਿੱਛੇ ਮਾਲਵੇ ਦੇ ਲੋਕ ਲੱਗ ਕੇ ਗੁਰੂ ਵਾਲੇ ਬਣੇ ਨੇ, ਇੱਕ ਬਾਬਾ ਦੀਪ ਸਿੰਘ ਜੀ ਦੇ ਪਿੱਛੇ। ਇਹ 2 ਗੁਰੂ ਕੇ ਪਿਆਰੇ ਹੋਏ ਨੇ। ਗੁਰੂ ਖਾਲਸਾ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਮਾਲਵੇ ਵਿੱਚ ਡਾਢਾ ਸਿੱਖੀ ਦਾ ਪ੍ਰਚਾਰ ਕੀਤਾ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ। ਬਾਬਾ ਅਤਰ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਕਿੰਨੇ ਕੁ ਮਹਾਂਪੁਰਖਾਂ ਦੇ ਨਾਮ ਲਈਏ, ਰੇਰੂ ਸਾਹਿਬ ਵਾਲੇ ਮਹਾਂਪੁਰਖ, ਇਹਨਾਂ ਨੇ ਗੁਰੂ ਖਾਲਸਾ ਜੀ
ਮਹਾਨ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਇਹ ਦਮਦਮੇ ਇਹ ਮਾਲਵੇ ਦੇ ਇਲਾਕੇ ਵਿੱਚ ਕੀਤਾ ਹੈ। ਬਾਬਾ ਜੀ ਤੋਂ ਪਿੱਛੋਂ ਕੁਝ ਕੁ ਸਾਲ ਤੈ ਥਾਏ ਬਿਤਾਏ, ਕੁਝ ਕੁ ਸਾਲ ਬਾਬਾ ਜੀ ਉੱਥੇ ਰਹੇ। ਗੁਰਬਾਣੀ ਦੇ ਸਰੂਪ ਲਿਖਦੇ ਨੇ, ਕਦੇ ਗੁਰਧਾਮਾਂ ਦੀ ਸੇਵਾ ਕਰਾਉਂਦੇ ਨੇ, ਕਦੇ ਅੰਮ੍ਰਿਤ ਪ੍ਰਚਾਰ, ਕਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ, ਕਦੇ ਦਲ ਪੰਥ ਫੇਰਦੇ ਨੇ, ਕਿਤੇ ਗਊ ਗਰੀਬ ਦੀ ਰੱਖਿਆ ਵਾਸਤੇ ਜੰਗ ਕਰਦੇ ਨੇ। ਇਦਾਂ ਗੁਰੂ ਕੇ ਕਾਰਜ ਬਾਬਾ ਜੀ ਕਰਦੇ ਨੇ। ਗੁਰਮਤਿ ਕਰ ਪ੍ਰਚਾਰ ਤਥਾਏ, ਗੁਰੂ ਖਾਲਸਾ ਜੀ ਤੇ ਸਥਾਨ ਤੇ ਗੁਰਮਤਿ ਦਾ ਡਾਢਾ ਪ੍ਰਚਾਰ ਪ੍ਰਸਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤਾ ਹੈ। ਗੁਰੂ ਖਾਲਸਾ ਜੀ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਕਮਾਈ ਧਨ ਹੈ। ਉਹ ਧਨ ਨੇ, ਉਹਨਾਂ ਦੀਆਂ ਵੱਡੀਆਂ ਕਮਾਈਆਂ ਨੇ। ਉਹਨਾਂ ਤੋਂ ਗੁਰੂ ਖਾਲਸਾ ਜੀ ਕਈ ਪੰਥ ਚੱਲੇ। ਇੱਕ ਤੇ ਤਰਨਾ ਦਲ ਚੱਲਿਆ, ਜੋ ਗੁਰੂ ਕੇ ਪੰਥ ਖਾਲਸੇ ਨੇ ਬਾਬਾ ਜੀ ਨੂੰ ਸਰਦਾਰੀ ਦਿੱਤੀ। ਤਰਨਾ ਦਲ ਮਿਸਲ ਸ਼ਹੀਦਾਂ, ਜਿਸ ਮਿਸਲ ਦੇ ਗੁਰੂ ਖਾਲਸਾ ਜੀ 15ਵੇਂ ਜਥੇਦਾਰ ਬਾਬਾ ਗੱਜਣ ਸਿੰਘ ਜੀ ਹਨ। ਗੁਰੂ ਖਾਲਸਾ ਜੀ ਇੱਕ ਮਹਾਰਾਜ ਨੇ ਦਮਦਮੇ ਗੁਰੂ ਕੀ ਕਾਂਛੀ ਦੀ ਸਿਕਦਾਰੀ ਦਿੱਤੀ। ਜਿਸ ਸਿਕਦਾਰੀ ਤੋਂ ਗੁਰੂ ਖਾਲਸਾ ਜੀ ਅੱਗੇ ਬਾਬਾ ਜੀ ਦੇ ਨਾਮ ਤੇ ਟਕਸਾਲਾਂ ਚਲੀਆਂ। ਉਹ ਟਕਸਾਲਾਂ ਦੀਆਂ ਕਈ ਸ਼ਾਖਾ ਨੇ। ਪ੍ਰਮੁੱਖ ਗੁਰੂ ਖਾਲਸਾ ਜੀ ਸ਼ਾਖਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼। ਇੱਕ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ ਟਕਸਾਲ ਮਾਲਵੇ ਦੇ ਵਿੱਚ ਚੱਲਦੀ ਹੈ। ਤੇ ਉਹਨਾਂ ਦੇ ਪ੍ਰਮੁੱਖ ਗੁਰੂ ਖਾਲਸਾ ਜੀ ਬੜੇ ਬੜੇ ਵੱਡੇ ਗਿਆਨੀ ਹੋਏ ਤੇ ਉਹਨਾਂ ਨੇ ਬੜਾ ਵੱਡਾ ਗੁਰੂ ਕੀ ਸਿੱਖੀ ਦਾ ਗੁਰਬਾਣੀ ਲਿਖਣ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗਿਆਨੀ ਚੰਦਾ ਸਿੰਘ ਜੀ, ਇਹ ਟਕਸਾਲ ਵੀ ਗੁਰੂ ਖਾਲਸਾ ਜੀ ਮਾਲਵੇ ਵਿੱਚ ਚੱਲਦੀ ਹੈ। ਤੇ ਬਾਬਾ ਦੀਪ ਸਿੰਘ ਜੀ ਦੇ ਕੁਰਸੀਨਾਮਾ ਇਹਨਾਂ ਦੀ ਟਕਸਾਲ ਦੇ ਨਾਲ ਜਾ ਕਰਕੇ ਮਿਲਦਾ ਹੈ। ਔਰ ਇਸ ਤਰ੍ਹਾਂ ਦਮਦਮੇ ਸਾਹਿਬ ਤੋਂ ਗੁਰੂ ਕੀਆਂ ਟਕਸਾਲਾਂ ਚਲੀਆਂ। ਗੁਰੂ ਖਾਲਸਾ ਜੀ ਮਹਿਤੇ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਟਕਸਾਲ ਦੇ ਅੱਗੇ ਗੁਰੂ ਖਾਲਸਾ ਜੀ ਆਗੂ ਮਹਾਂਪੁਰਸ਼ ਹੋਏ ਨੇ, ਬ੍ਰਹਮ ਗਿਆਨੀ ਬ੍ਰਹਮ ਬੇਤੀ। ਔਰ ਪਿੰਡਰਾਂ ਵਿਖੇ ਸੰਤ ਗਿਆਨੀ ਮੋਹਨ ਸਿੰਘ ਜੀ ਤੇ ਹੁਣ ਅੱਗੇ ਸ਼੍ਰੀਮਾਨ ਸੰਤ ਗਿਆਨੀ ਕਪੂਰ ਸਿੰਘ ਜੀ ਮਹੰਤ ਜੀ। ਉਹ ਗੁਰੂ ਖਾਲਸਾ ਜੀ ਇਹ ਟਕਸਾਲ ਦੇ ਵੱਡੇ ਵਿਦਵਾਨ, ਵਿਦਿਆ ਮਾਰਤੰਡ, ਰਤਨ ਮਹਾਂਪੁਰਸ਼ ਹੋਏ ਹਨ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਬਾਬਾ ਜੀ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 32 ਲਿਖਾਰੀਆਂ ਦੀ ਸਿਕਦਾਰੀ ਦਿੱਤੀ। ਅੱਜ ਵੀ ਜਿੰਨੇ ਸਿੱਖ ਜਗਤ ਵਿੱਚ ਗੁਰਬਾਣੀ ਲਿਖਣ ਵਾਲੇ ਮਹਾਂਪੁਰਸ਼ ਵਿਦਵਾਨ ਨੇ, ਉਹਨਾਂ ਸਾਰਿਆਂ ਦੇ ਵਡੇਰੇ ਬਾਬਾ ਦੀਪ ਸਿੰਘ ਜੀ ਹਨ। ਇੱਕ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਨੂੰ ਮਹਾਰਾਜ ਨੇ ਗੁਰੂ ਕੇ ਦੇਗੀਏ ਵੀ ਬਣਾਇਆ। ਜਿੰਨੇ ਸ਼ਹੀਦੀ ਦੇਗਾਂ ਲਾਉਣ ਵਾਲੇ ਸਿੱਖ ਨੇ, ਉਹਨਾਂ ਸਾਰਿਆਂ ਦੇ ਵਡੇਰੇ ਬਾਬਾ ਦੀਪ ਸਿੰਘ ਸਾਹਿਬ ਜੀ ਹਨ। ਬਾਬਾ ਜੀ ਦੇ ਜਿੰਨੇ ਗੁਣ ਨੇ, ਓਨੇ ਗੁਣਾਂ ਤੋਂ ਓਨੇ ਪੰਥ ਚੱਲੇ ਨੇ। ਗੁਰੂ ਖਾਲਸਾ ਜੀ ਕਿੰਨੀ ਕੁ ਮਹਿਮਾ ਕਰੀਏ। ਸਾਰੇ ਕਹਿੰਦੇ ਬਾਬਾ ਦੀਪ ਸਿੰਘ ਸਾਡਾ ਹੈ। ਕਈ ਕਹਿ ਦਿੰਦੇ ਆ ਜੀ ਬਾਬਾ ਜੀ ਨਿਹੰਗਾਂ ਦੇ ਸਨ ਹੈ ਜਾਂ ਟਕਸਾਲ ਵਾਲਿਆਂ ਦੇ ਜਾਂ ਬਾਬਾ ਜੀ ਵਿਦਵਾਨਾਂ ਦੇ। ਬਾਬਾ ਜੀ ਸਾਰਿਆਂ ਦੇ ਸਾਂਝੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੇ ਬਾਬਾ ਜੀ ਡਾਢੇ ਸ਼ਹੀਦ ਨੇ। ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਦਲ ਪੰਥ, ਬਾਬਾ ਸੁਧਾ ਸਿੰਘ ਜੀ, ਬਾਬਾ ਕਰਮ ਸਿੰਘ ਜੀ ਅਤੇ ਬਾਬਾ ਨੱਥਾ ਸਿੰਘ ਜੀ, ਜਿਨ੍ਹਾਂ ਤੋਂ ਅੱਗੇ ਗੁਰੂ ਖਾਲਸਾ ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਤੇ ਉਹਨਾਂ ਤੋਂ ਅੱਗੇ ਬਾਬਾ ਵੀਰ ਸਿੰਘ ਜੀ ਔਰੰਗਾਬਾਦੀਏ ਤੇ ਅੱਗੇ ਦਲ ਪੰਥ ਚਲਿਆ ਆਉਂਦਾ ਜਿਹੜਾ ਝਾੜ ਸਾਬੀਆਂ ਦਾ ਦਲ ਪੰਥ ਹੈ, ਇਹ ਬਾਬਾ ਨੱਥਾ ਸਿੰਘ ਜੀ ਨੇ ਤੋਰਿਆ ਸੀ। ਫਿਰ ਗੁਰੂ ਖਾਲਸਾ ਜੀ ਬਾਬਾ ਰਾਮ ਸਿੰਘ ਜੀ ਬੇਦੀ, ਬਾਬਾ ਜੱਸਾ ਸਿੰਘ ਜੀ, ਬਾਬਾ ਆਨੰਦ ਸਿੰਘ ਤੇ ਬਾਬਾ ਰਾਮ ਸਿੰਘ ਜੀ। ਬਾਬਾ ਰਾਮ ਸਿੰਘ ਜੀ ਤੋਂ ਗੁਰੂ ਖਾਲਸਾ ਜੀ ਜਿਹੜਾ ਭਿੱਖੀ ਮੰਡੀਆਂ ਦਾ ਦਲ ਹੈ, ਬਾਬਾ ਰਾਮ ਸਿੰਘ ਜੀ ਦੇ ਪ੍ਰਮੁੱਖ 4 ਸੇਵਕ ਚੇਲੇ ਸਨ। ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਵਾਲੇ, ਬਾਬਾ ਜਵੰਦ ਸਿੰਘ ਜੀ ਠੱਠੇ ਵਾਲੇ,
ਬਾਬਾ ਮੰਗਲ ਸਿੰਘ, ਬਾਬਾ ਸਾਧੂ ਸਿੰਘ ਜੀ ਸ਼ਹੀਦੀ ਬਾਗ ਵਾਲੇ, ਬਬਕਾਲੇ ਵਾਲਿਆਂ ਦਾ ਦਲ, ਗੁਰੂ ਖਾਲਸਾ ਜੀ, ਬਾਬਾ ਰਾਮ ਸਿੰਘ ਸਾਹਿਬ ਜੀ ਤੋਂ ਅੱਗੇ ਬਾਬਾ ਗੁਰਮੁਖ ਸਿੰਘ ਜੀ ਬਣੇ ਤੇ ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਆਏ ਤੇ ਬਕਾਲੇ ਵਾਲਿਆਂ ਦਾ ਦਲ ਚੱਲਿਆ। ਬਾਬਾ ਗੁਰਮੁਖ ਸਿੰਘ ਜੀ, ਇਹ ਜੋਤ ਇਸ ਤਰ੍ਹਾਂ ਬਾਬਾ ਰਾਮ ਸਿੰਘ ਜੀ ਦੀ ਬਾਬਾ ਗੁਰਮੁਖ ਸਿੰਘ ਵਿੱਚ ਆਈ। ਬਾਬਾ ਰਾਮ ਸਿੰਘ ਜੀ ਦੇ ਸੇਵਕ ਬਾਬਾ ਜਵੰਦ ਸਿੰਘ ਜੀ ਬਣੇ। ਉਹਨਾਂ ਤੋਂ ਅੱਗੇ ਗੁਰੂ ਖਾਲਸਾ ਜੀ, ਬਾਬਾ ਸੋਹਣ ਸਿੰਘ ਜੀ ਭਿੱਖੇ ਵੰਡੀਏ, ਅੱਗੇ ਭਿੱਖੀ ਵੰਡੀਆਂ ਦਾ ਦਲ ਚੱਲਿਆ ਹੈ। ਇੱਕ ਗੁਰੂ ਖਾਲਸਾ ਜੀ ਸੰਤ ਖਾਲਸੇ ਦਾ ਦਲ ਚੱਲਿਆ। ਇੱਕ ਮਹਾਂਪੁਰਖ ਸੀ, ਉਹ ਨੰਗਾ ਰਹਿੰਦਾ ਸੀ ਤੇ ਉਹਨੇ ਮਨ ਵਿੱਚ ਧਾਰਿਆ ਵੀ ਜਿਹੜਾ ਮਹਾਂਪੁਰਖ ਕਹਿ ਕੇ ਕਸ਼ਹਿਰਾ ਪਵਾਊਗਾ ਨਾ, ਉਹਦੇ ਕੋ ਅੰਮ੍ਰਿਤ ਛਕਣਾ ਹੈ। ਉਹ ਚੱਲਦਾ ਚੱਲਦਾ ਸਰਹਾਲ ਹੀ ਆ ਗਿਆ ਬਾਬੇ ਰਾਮ ਸਿੰਘ ਦੇ ਦਰਸ਼ਨ ਕਰਨ। ਬਾਬਾ ਜੀ ਨੇ ਅੰਦਰੋਂ ਕਸ਼ਹਿਰਾ ਭੇਜਿਆ ਵੀ ਪਹਿਲਾਂ ਕਸ਼ਹਿਰਾ ਪਾ, ਤੇ ਉਹਨੇ ਫਿਰ ਕਸ਼ਹਿਰਾ ਪਾਇਆ ਤੇ ਬਾਬਾ ਜੀ ਦਾ ਹੋ ਗਿਆ। ਚੋਲਾ ਵੀ ਧਾਰਿਆ ਤੇ ਅੱਗੇ ਗੁਰੂ ਖਾਲਸਾ ਜੀ ਦੁੱਬਲੀ ਵਿਖੇ ਉਹਨੇ ਦਲ ਚਲਾਇਆ, ਸੰਤ ਖਾਲਸੇ ਦਾ ਦਲ। ਉਹ ਵੀ ਬਾਬਾ ਰਾਮ ਸਿੰਘ ਜੀ ਤੋਂ ਚੱਲਿਆ। 3 ਦਲ ਚੱਲੇ ਏਦਾਂ। ਅੱਗੇ ਫਿਰ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਤੋਂ ਬਾਬੇ ਬਕਾਲੇ ਸਾਹਿਬ ਵਾਲਾ ਦਲ ਚੱਲਿਆ ਬਾਬਾ ਦੀਪ ਸਿੰਘ ਜੀ ਦਾ, ਤੇ ਨਾਲ ਗੁਰੂ ਖਾਲਸਾ ਜੀ ਆਪ ਜੀ ਨੇ ਬਾਬਾ ਸੋਹਣ ਸਿੰਘ ਜੀ ਵਿਧੀ ਚੰਦ ਸੰਪਰਦਾਇ ਦੇ ਮਹਾਂਪੁਰਖ, ਉਹਨਾਂ ਨੂੰ ਥਾਪੜਾ ਦੇ ਕੇ ਤੇ ਨਿਸ਼ਾਨ ਨਗਾਰੇ ਅਤੇ ਨੀਲਾ ਬਾਣਾ ਪਾ ਕੇ ਪਟਨਾ ਸਾਹਿਬ ਅਤੇ ਸੱਚਖੰਡ ਹਜੂਰ ਸਾਹਿਬ ਜਾਣ ਦੀ ਆਗਿਆ ਅਤੇ ਗੁਰੂ ਕਾ ਪੰਥ ਸਾਜਣ ਦਾ ਹੁਕਮ ਕੀਤਾ। ਦਲ ਬਾਬਾ ਵਿਧੀ ਚੰਦ ਸਾਹਿਬ ਬਾਬਾ ਗੁਰਮੁਖ ਸਿੰਘ ਜੀ ਤੋਂ ਕਾਇਮ ਹੋਇਆ। ਇਸ ਤਰ੍ਹਾਂ ਗੁਰੂ ਖਾਲਸਾ ਜੀ, ਇਹ ਬਾਬਾ ਦੀਪ ਸਿੰਘ ਜੀ ਤੋਂ ਅੱਗੇ ਕਈ ਦਲ ਪੰਥ ਚੱਲੇ ਹਨ। ਹਰੀਆਂ ਵੇਲਾਂ ਵਾਲਾ ਜਿਹੜਾ ਦਲ ਪੰਥ ਹੈ, ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਉੱਪਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਆਗਿਆ ਅਨੁਸਾਰ ਚੱਲਿਆ ਹੈ। ਗੁਰੂ ਖਾਲਸਾ ਜੀ ਜਿਹੜਾ ਆਦੀ ਤਰਨਾ ਦਲ ਹੈ ਸੀਨੇ ਬਸੀਨੇ, ਉਹ ਬਾਬੇ ਬਕਾਲੇ ਸਾਹਿਬ ਵਾਲਾ ਹੈ, ਜਿਸ ਦੇ ਮੁਖੀ ਮਹਾਂਪੁਰਖ ਬਾਬਾ ਗੱਜਣ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਸਿਰ ਉੱਪਰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਫਰਲਾ ਝੁਲਦਾ ਪਿਆ ਹੈ। ਸੋ ਗੁਰੂ ਖਾਲਸਾ ਜੀ ਐਸੇ ਮਹਾਂਪੁਰਖਾਂ ਦੇ ਜੀਵਨ ਵਿਲਾਸਾਂ ਦੀ ਕਥਾ ਅੱਜ ਇੱਥੋਂ ਤੱਕ ਹੀ ਹੈ। ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਜੀ। ਕੁਝ ਕੁ ਸਾਲ ਤਹ ਥਾਏ ਬਤਾਏ, ਗੁਰਮਤ ਕਰ ਪ੍ਰਚਾਰ ਤੇ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।